ਜਦੋਂ ਉਹਨਾਂ ਭੰਗਾਣੀ ਦੇ ਮੈਦਾਨ ਵਿੱਚ ਮੋਰਚਾਬੰਦੀ ਕਰਕੇ ਕੁਝ ਸੇਵਕ ਕੁਝ ਸੂਰਮੇ ਤਿਆਰ ਬਰ ਤਿਆਰ ਬੈਠੇ ਨੇ। ਇਹਨਾਂ ਨੂੰ ਫਤਿਹ ਸ਼ਾਹ ਰਾਜੇ ਦਾ ਆਗਮਨ, ਉਹਦੇ ਆਉਣ ਦੀ ਜਦੋਂ ਇਹਨਾਂ ਨੇ ਖਬਰ ਸੁਣੀ ਕਿ ਫਤਿਹ ਸ਼ਾਹ ਰਾਜਾ ਬਿਲਕੁਲ ਫੌਜਾਂ ਲੈ ਕੇ ਤੇ ਸਾਡੇ ਨੇੜੇ ਆ ਗਿਆ ਹੈ। ਉਸੇ ਵੇਲੇ ਗੁਰੂ ਕੇ ਜਰਨੈਲਾਂ ਨੇ ਫਤਿਹ ਸ਼ਾਹ ਦੇ ਆਉਣ ਦੀ ਜਿਹੜੀ ਖਬਰ ਹੈ ਗੁਰੂ ਕਲਗੀਧਰ ਮਹਾਰਾਜ ਜੀ ਦੇ ਪਾਸ ਭੇਜ ਦਿੱਤੀ। ਸਿੱਖ ਦੇ ਰਾਹੀਂ ਸੁਨੇਹਾ ਭੇਜਿਆ ਕਿ ਹੇ ਮਹਾਰਾਜ ਫਤਿਹ ਸ਼ਾਹ ਰਾਜਾ ਬਹੁਤ ਹੀ ਫੌਜ ਲੈ ਕੇ ਅਣਗਿਣਤੀ ਸੂਰਮੇ ਲੈ ਕਰਕੇ ਤੇ ਭੰਗਾਣੀ ਦੇ ਨੇੜੇ ਆਣ ਪਹੁੰਚਿਆ ਹੈ। ਮਹਾਰਾਜ ਜਿਸ ਫਤਿਹ ਸ਼ਾਹ ਨੇ ਦਿਲ ਵਿੱਚ ਬੜਾ ਹੀ ਹੰਕਾਰ ਧਾਰਿਆ, ਬੜਾ ਹੰਕਾਰੀ ਹੈ, ਕਹਿੰਦਾ ਵੀ ਮੈਂ ਗੁਰੂ ਦੀਆਂ ਫੌਜਾਂ ਹਰਾਵਾਂਗਾ। ਇਹ ਵੀ ਸੁਨੇਹਾ ਸਿੱਖ ਦੇ ਰਾਹੀਂ ਭੇਜਦਾ ਵੀ ਹੇ ਗੁਰੂ ਕਲਗੀਧਰ ਮਹਾਰਾਜ ਜੀ ਫਤਿਹ ਸ਼ਾਹ ਸਵੇਰ ਹੁੰਦੇ ਹੀ ਜੰਗ ਕਰਿਆ ਚਾਹੁੰਦਾ ਹੈ, ਨੇੜੇ ਆ ਗਿਆ ਇਹ ਤਾਂ ਕੱਲ ਜ਼ਰੂਰ ਮਹਾਰਾਜ ਉਹ ਜੰਗ ਕਰਨਾ ਚਾਹੇਗਾ, ਫੌਜ ਚੜ੍ਹਾਈ ਕਰਕੇ ਲੈ ਆਵੇਗਾ। ਤੇ ਸਤਿਗੁਰੂ ਜੀਓ ਹੁਣ ਆਪ ਜੰਗ ਕਰਨ ਦੀ ਸਭ ਤਰ੍ਹਾਂ ਦੀ ਤਿਆਰੀ ਕਰ ਲਓ, ਤਿਆਰ ਬਰ ਤਿਆਰ ਹੋ ਜਾਓ, ਵੈਰੀ ਦਾ ਦਲ ਚੜ੍ਹ ਕੇ ਆ ਗਿਆ, ਕੱਲ ਸਵੇਰ ਹੁੰਦੇ ਜੰਗ ਸ਼ੁਰੂ ਹੋ ਜਾਵੇਗਾ। ਮਹਾਰਾਜ ਜੀ ਆਪ ਛੇਤੀ ਹੀ ਇੱਥੇ ਆ ਕੇ ਜੰਗ ਕਰੋ ਤੇ ਵੈਰੀਆਂ ਨੂੰ ਜਿੱਤ ਲੈਣਾ ਕਰੋ। ਹੁਣ ਜੰਗ ਹੋਣ ਦੇ ਵਿੱਚ ਮਹਾਰਾਜ ਕਿਸੇ ਤਰ੍ਹਾਂ ਦੀ ਦੇਰੀ ਨਾ ਸਮਝੋ, ਬਸ ਜੰਗ ਹੋਣ ਦੀ ਤਿਆਰੀ ਹੈ। ਨਿਸ਼ਚੈ ਮਹਾਰਾਜ ਅਸੀਂ ਇਹ ਗੱਲ ਪੱਕੀ ਕਹਿੰਦੇ ਹੈ ਵੀ ਜਦੋਂ ਕੱਲ ਦਾ ਸੂਰਜ ਚੜ੍ਹਿਆ ਤਾਂ ਸੂਰਜ ਚੜ੍ਹਨ ਦੇ ਨਾਲ ਹੀ ਮਹਾਰਾਜ ਜੀ ਜੰਗ ਯੁੱਧ ਆਰੰਭ ਹੋ ਜਾਵੇਗਾ। ਇਸ ਤਰ੍ਹਾਂ ਸਿੱਖ ਭੇਜੇ ਕੁਝ ਜਿਹੜੇ ਭੰਗਾਣੀ ਮੋਰਚੇਬੰਦੀ ਕਰਕੇ ਪਹਿਲਾਂ ਹੀ ਯੋਧੇ ਬੈਠੇ ਸਨ। ਮਹਾਰਾਜ ਸਾਹਿਬ ਜੀ ਨੇ ਪਹਿਲਾਂ ਹੀ ਸਲਾਹ ਕਰਕੇ ਇੱਥੇ ਸਿੱਖ ਕਾਬਜ਼ ਕਰ ਦਿੱਤੇ ਸੀ ਵੀ ਇੱਧਰ ਜਦੋਂ ਆਉਣ ਤਾਂ ਇੱਥੇ ਹੀ ਆਪਾਂ ਉਹਨਾਂ ਦੇ ਨਾਲ ਲੜਨਾ ਹੈ, ਕਿਉਂਕਿ ਪੱਧਰਾ ਜਿਹਾ ਥਾਂ ਸੀ। ਉਹ ਸੂਰਮੇ ਚੱਲ ਕੇ ਖਬਰ ਦੇਣ ਜਦੋਂ ਪਾਉਂਟਾ ਸਾਹਿਬ ਗੁਰੂ ਕਲਗੀਧਰ ਮਹਾਰਾਜ ਕੋਲ ਪਹੁੰਚੇ। ਸਾਰੀ ਵਾਰਤਾ ਸਾਰੀ ਉਹਨਾਂ ਨੇ ਹਾਲਾਤ ਜਿਹੜੀ ਸੀ ਮੌਕਾ ਸੀ ਉਹ ਗੁਰੂ ਕਲਗੀਧਰ ਜੀ ਨੂੰ ਪ੍ਰਕਾਸ਼ ਕੀ ਕੀਤਾ ਵੀ ਮਹਾਰਾਜ ਨੂੰ ਬੋਲ ਕੇ ਦੱਸਿਆ, ਸਾਰੀ ਗੱਲ ਸਮਝਾ ਦਿੱਤੀ। ਜੋ ਸਿੱਖਾਂ ਨੇ ਸੁਨੇਹਾ ਦਿੱਤਾ ਵੀ ਮਹਾਰਾਜ ਫਤਿਹ ਸ਼ਾਹ ਆ ਗਿਆ, ਸਵੇਰੇ ਜੰਗ ਆਪਣੇ ਨਾਲ ਕਰੂ, ਫੌਜ ਚੜਾਊ ਆਪਣੇ ਤੇ। ਇਹ ਸੁਣਦਿਆਂ ਸਾਰ ਗੁਰੂ ਕਲਗੀਧਰ ਮਹਾਰਾਜ ਨੇ ਸਭ ਤਰ੍ਹਾਂ ਕਰਕੇ ਜੋ ਜੰਗ ਦੀ ਤਿਆਰੀ ਚਾਹੀਦੀ ਹੁੰਦੀ ਹੈ ਉਹ ਸਭ ਜੰਗ ਦੀ ਤਿਆਰੀ ਕਰ ਦਿੱਤੀ। ਇੱਕ ਮਹਾਰਾਜ ਦੇ ਕੋਲ ਸਿੱਖ ਖਲੋਤਾ ਸੀ, ਉਹਨੂੰ ਕਲਗੀਧਰ ਜੀ ਨੇ ਹੁਕਮ ਕੀਤਾ। ਮਹਾਰਾਜ ਕਹਿਣ ਲੱਗੇ ਸਿੱਖਾ ਜਿਹੜੇ ਇੱਥੇ 500 ਦਾਸੀ ਸਾਧੂਆਂ ਨੇ ਡੇਰਾ ਲਾਇਆ ਨਾ ਆਪਣੇ ਕੋਲ, ਹੁਣੇ ਹੀ ਉਹਨਾਂ ਕੋ ਜਾ ਕੇ ਸਾਡੇ ਵੱਲੋਂ ਇਹ ਸੁਨੇਹਾ ਦੇ ਦੇ ਉਹਨਾਂ ਉਦਾਸੀ ਸਾਧੂਆਂ ਨੂੰ। ਸੁਨੇਹਾ ਕੀ ਦੇਣਾ ਹੈ ਵੀ ਜਿਹੜੀਆਂ ਜੜਾਵਾਂ ਜੀਆਂ ਕੀਤੀਆਂ ਨੇ ਇਹਨਾਂ ਦੇ ਜੂੜੇ ਬੰਨ ਕੇ ਤੇ ਉੱਤੋਂ ਹੁਣ ਪੱਗਾਂ ਬੰਨ ਲਓ, ਘੁੱਟ ਕੇ ਦਮਾਲੇ ਸਜਾ ਲਵੋ ਤੇ ਉਤਸ਼ਾਹ ਕਰੋ। ਹੁਣ ਜੰਗ ਕਰਨ ਦੇ ਲਈ ਮਹਾਰਾਜ ਕਹਿੰਦੇ ਉਦਾਸੀਆਂ ਨੂੰ ਕਹੋ ਵੀ ਤਿਆਰ ਬਰ ਤਿਆਰ ਹੋ ਜਾਓ ਅਤੇ ਬੜੇ ਉਤਸ਼ਾਹ ਦੇ ਨਾਲ ਸ਼ਸਤਰ ਧਾਰਨ ਕਰੋ, ਚੰਗੇ ਸ਼ਸਤਰ ਚਾਹੀਦੇ ਨੇ ਸਾਡੇ ਕੋਲ ਆ ਕੇ ਲੈ ਲਵੋ, ਕਿਉਂਕਿ ਹੁਣ ਜੰਗ ਦਾ ਸਮਾਂ ਪ੍ਰਗਟ ਹੀ ਆ ਗਿਆ ਹੈ। ਵੈਰੀ ਦੀਆਂ ਫੌਜਾਂ ਜਿਹੜੀਆਂ ਸਰਾਣੇ ਆ ਕੇ ਖਲੋਤੀਆਂ ਨੇ, ਮਹਾਰਾਜ ਕਹਿੰਦੇ ਉਦਾਸੀ ਸਾਧੂਆਂ ਨੂੰ ਸੁਨੇਹਾ ਦਿਓ ਵੀ ਹੁਣ ਦਸਤਾਰਾਂ ਸਜਾ ਲਓ, ਕਮਰ ਕਸੇ ਕਰ ਲਓ ਤੇ ਸ਼ਸਤਰ ਜਿਹੜੇ ਨੇ ਉਹ ਆਪਣੇ ਸਰੀਰ ਤੇ ਧਾਰਨ ਕਰੋ, ਹੁਣ ਪ੍ਰਗਟ ਹੀ ਜੰਗ ਹੋਵੇਗਾ। ਤੇ ਸਤਿਗੁਰੂ ਸਾਹਿਬ ਜੀ ਕਹਿੰਦੇ ਵੀ ਸਾਧੂਆਂ ਨੂੰ ਕਹੋ ਜੰਗ ਕਰੋਗੇ ਨਾ ਜੇ ਉਹਨਾਂ ਨੂੰ ਸਭ ਤਰ੍ਹਾਂ ਦੇ ਭੋਗ ਪਦਾਰਥ ਵੀ ਮਿਲਣਗੇ ਤੇ ਮੁਕਤੀ ਵੀ ਮਿਲੇਗੀ।
ਜੰਗ ਕਰਕੇ। ਆਏ ਮਹਾਰਾਜ ਨੇ ਸੁਨੇਹਾ ਦਿੱਤਾ ਵੀ ਜਿੱਦਾਂ ਜਿੱਦਾਂ ਦਾ ਕੋਈ ਉਦਾਸੀ ਸਾਧੂ ਉਦਮ ਕਰੇਗਾ, ਭਾਵ ਜਿੰਨਾ ਕੁ ਕੋਈ ਹੱਥ ਹਿਲਾਵੇਗਾ, ਜਿੰਨਾ ਕੁ ਜੰਗ ਦੇ ਵਿੱਚ ਦੁਸ਼ਮਣਾਂ ਨਾਲ ਕੋਈ ਲੜੇਗਾ, ਜਿਹੜਾ ਕੋਈ ਸੂਰਮਾ ਬਣ ਕੇ ਅੱਗੇ ਮੈਦਾਨ ਵਿੱਚ ਵੱਧ ਕੇ ਸਨਮੁਖ ਜਾ ਕੇ ਦੁਸ਼ਮਣ ਦੇ ਨਾਲ ਲੜੇਗਾ। ਦੇਵੇ ਦੇਵੇ ਮਹਾਰਾਜ ਕਹਿੰਦੇ ਵੀ ਉਹਨੂੰ ਵੱਡੇ ਤੋਂ ਵੱਡਾ ਰਾਜ ਪ੍ਰਾਪਤ ਹੋ, ਜਿੰਨੇ ਹੀ ਕਦਮ ਅੱਗੇ ਜਾ ਕੇ ਸਨਮੁਖ ਲੜੇਗਾ ਓਡਾ ਹੀ ਵੱਡਾ ਉਹਦਾ ਰਾਜ ਹੋਵੇਗਾ, ਉਹਨੂੰ ਰਾਜ ਭਾਗ ਬਖਸ਼ ਦਿਆਂਗੇ। ਬਹੁਤੇ ਹਾਥੀ ਘੋੜੇ ਹੋਰ ਜੋ ਫੌਜ ਹੁੰਦੀ ਹੈ, ਜੋ ਰਾਜਿਆਂ ਦਾ ਸਮਾਜ ਹੁੰਦਾ, ਸਾਰਾ ਹੀ ਮਹਾਰਾਜ ਜੀ ਕਹਿੰਦੇ ਉਹਨੂੰ ਬਖਸ਼ਾਂਗੇ ਜਿਹੜਾ ਜੰਗ ਕਰੂ ਹੁਣ ਸਾਡੇ ਹੁਕਮ ਨੂੰ ਮੰਨ ਕੇ। ਤੇ ਜੇ ਕੋਈ ਥੋੜਾ ਉਦਮ ਕਰੂਗਾ ਫਿਰ ਉਹਨੂੰ ਥੋੜੀ ਹੀ ਬਖਸ਼ਿਸ਼ ਪ੍ਰਾਪਤ ਹੋਵੇਗੀ, ਜਿਹੜਾ ਜ਼ਿਆਦਾ ਉਦਮ ਕਰੇਗਾ ਉਹਨੂੰ ਜ਼ਿਆਦਾ ਬਖਸ਼ਿਸ਼ ਪ੍ਰਾਪਤ ਹੋਵੇਗੀ। ਮਹਾਰਾਜ ਕਹਿੰਦੇ ਵੀ ਭਵਿੱਖ 'ਚ ਜਿਹੜਾ ਸਮਾਂ ਆਉਣਾ ਹੈ, ਧਰਤੀ ਦੇ ਉੱਤੇ ਮੇਰੇ ਸਿੱਖਾਂ ਦਾ ਰਾਜ ਹੋਵੇਗਾ, ਜਿਹੜੇ ਹੁਣ ਜੰਗ ਕਰਨ ਕਰਕੇ ਜਿਹੜੇ ਇੱਥੇ ਬਹਾਦਰੀਆਂ ਵਿਖਾਉਣਗੇ, ਆਉਣ ਵਾਲੇ ਸਮੇਂ ਦੇ ਵਿੱਚ ਰਾਜ ਭਾਗ ਮੰਨਣਗੇ। ਤੇ ਨਾਲ ਹੀ ਸਾਹਿਬਾਂ ਨੇ ਇਹ ਵੀ ਸੁਨੇਹਾ ਦਿੱਤਾ ਵੀ ਜਿਹੜਾ ਤਾਂ ਨਿਸ਼ਕਾਮ ਹੋ ਕੇ ਜੰਗ ਵਿੱਚ ਲੜਦਿਆਂ ਹੋਇਆ ਸ਼ਹੀਦ ਹੋ ਜਾਵੇਗਾ, ਭਾਵ ਕੋਈ ਇੱਛਾ ਹੀ ਨਹੀਂ ਹੋਵੇਗੀ ਜਿਹਦੇ ਕੋਲ, ਬਿਨਾਂ ਖਾਹਸ਼ ਤੋਂ ਜਿਹੜਾ ਜੰਗ ਦੇ ਵਿੱਚ ਗੁਰੂ ਵੱਲੋਂ ਹੋ ਕੇ ਲੜੇਗਾ। ਉਹਦਾ ਮਹਾਰਾਜ ਸਾਹਿਬ ਜੀ ਕਹਿੰਦੇ ਵੀ ਜਗਤ ਦੇ ਵਿੱਚ ਫਿਰ ਜਿਹੜਾ ਵਾਰ-ਵਾਰ ਆਉਣਾ ਹੈ ਨਾ, ਇਹ ਫੇਰਾ ਨਹੀਂ ਹੋ। ਉਸ ਸਿੱਖ ਦਾ, ਉਸ ਸਾਧੂ ਦਾ ਅਸੀਂ ਜੰਮਣ ਮਰਨ ਕੱਟ ਦਿਆਂਗੇ। ਦੀਨ ਦੁਨੀ ਮਹਿ ਬਣੋ ਸਹਾਏ। ਮਹਾਰਾਜ ਸਾਹਿਬ ਕਹਿੰਦੇ ਦੀਨ ਦੁਨੀਆ ਦੇ ਵਿੱਚ ਮੈਂ ਉਸ ਦਾ ਸਹਾਈ ਬਣਾਂਗਾ, ਮਦਦਗਾਰ ਬਣਾਂਗਾ। ਇਸ ਤਰ੍ਹਾਂ ਦੇ ਕਹਿੰਦੇ ਵੀ ਮੈਂ ਮੁਕਤੀ, ਇੱਥੇ ਭੋਗ ਪਦਾਰਥ ਸਾਰੇ ਪ੍ਰਾਪਤ ਹੋਣਗੇ ਤੇ ਅੱਗੇ ਜਿਹੜਾ ਮੁਕਤੀ ਦੀ ਦਾਤ ਪ੍ਰਾਪਤ ਹੋਵੇਗੀ। ਦੀਨ ਦੁਨੀਆ ਦੇ ਵਿੱਚ ਮੈਂ ਉਹਦਾ ਸਹਾਈ ਹੋਊਂਗਾ, ਦੀਨ ਦੁਨੀਆ ਦੇ ਵਿੱਚ ਮਦਦਗਾਰ ਬਣੂੰਗਾ, ਭੋਗ ਤੇ ਮੋਖ ਸਭ ਇਸ ਤਰ੍ਹਾਂ ਪ੍ਰਾਪਤ ਕਰ ਲਵੋਗੇ। ਇਹ 10ਵੇਂ ਪਾਤਸ਼ਾਹ ਦਾ ਸੁਨੇਹਾ ਸੁਣ ਕੇ ਤੇ ਸਿੱਖ ਉਦਾਸੀ ਸਾਧੂਆਂ ਦਾ ਜਿੱਥੇ ਡੇਰਾ ਲੱਗਾ ਸੀ ਪਾਉਂਟਾ ਸਾਹਿਬ, ਉਹਨਾਂ ਦੇ ਪਾਸ ਚਲਾ ਗਿਆ। ਤੇ ਕਲਗੀਧਰ ਮਹਾਰਾਜ ਨੇ ਜਿਵੇਂ ਹੁਕਮ ਕੀਤਾ ਉਹ ਪ੍ਰਕਾਸ਼ ਹੀ ਪ੍ਰਗਟ ਹੀ ਸਾਧੂਆਂ ਨੂੰ ਸੁਣਾ ਦਿੱਤਾ। ਸਿੱਖ ਕਹਿਣ ਲੱਗਾ, ਹੈ ਮਹਾਤਮਾ ਜੀ, ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੁਕਮ ਹੋਇਆ ਹੈ ਵੀ ਜੰਗ ਦੇ ਵਾਸਤੇ ਤਿਆਰ ਹੋ ਜਾਓ, ਕਮਰ ਕਸੇ ਕਰ ਲਓ, ਦਸਤਾਰਾਂ ਸਜਾ ਲਓ ਤੇ ਸ਼ਸਤਰ ਫੜ ਲਓ ਹੱਥਾਂ ਦੇ ਵਿੱਚ। ਇਹ ਹੁਕਮ ਹੋਇਆ ਹੈ, ਜੇ ਹੁਕਮ ਮੰਨੋਗੇ ਤਾਂ ਦੋਵਾਂ ਲੋਕਾਂ ਦਾ ਸੁਖ ਪਾਵੋਗੇ। ਜੰਮਣ ਮਰਨ ਦੇ ਜਿਹੜੇ ਬੰਧਨ ਨੇ ਉਹ 10ਵੇਂ ਪਾਤਸ਼ਾਹ ਦੀਆਂ ਖੁਸ਼ੀਆਂ ਲੈ ਕੇ ਆਪਣੇ ਮੇਟ ਲੈਣਾ ਕਰੋ। ਏਦਾਂ ਇਹ ਉਦਾਸੀ ਸਾਧੂਆਂ ਨੂੰ ਹੁਕਮ ਦੇ ਆਇਆ ਸਿੱਖ ਵੀ ਮਹਾਰਾਜ ਕਹਿੰਦੇ ਵੀ ਤਿਆਰ ਹੋ ਜਾਓ, ਕੱਲ ਨੂੰ ਜੰਗ ਹੋਣਾ ਹੈ। ਉਸ ਤੋਂ ਬਾਅਦ ਫਿਰ ਜਿਹੜੇ ਹੋਰ ਗੁਰੂ ਕੇ ਸਿੱਖ ਸੂਰਮਿਆਂ ਦੇ ਡੇਰੇ ਸਨ, ਉੱਥੇ ਵੀ ਸਿੱਖ ਵਾਰੀ ਗਿਆ, ਉਹਨਾਂ ਨੂੰ ਵੀ ਹੁਕਮ ਸੁਣਾਇਆ ਮਹਾਰਾਜ ਦਾ। ਸਭ ਸੂਰਮਿਆਂ ਨੂੰ ਕਹਿ ਦਿੱਤਾ ਵੀ ਕੱਲ ਜੰਗ ਹੋਣਾ ਹੈ ਤੇ ਜੋ ਮਨ ਭਾਉਂਦਾ ਦਾਨ ਬਖਸ਼ਾਂ ਨੇ ਉਹ ਗੁਰੂ ਕੋਲੋਂ ਲੈ ਲਓ, ਪ੍ਰਾਪਤ ਕਰ ਲਵੋ। ਕਿਉਂਕਿ ਕੱਲ ਸਵੇਰ ਦਾ ਸੂਰਜ ਚੜ੍ਹਦੇ ਹੀ ਜੰਗ ਹੋਣ ਦੀ ਪੂਰੀ ਤਿਆਰੀ ਆ। ਸਵੇਰੇ ਲੋਹੇ ਤੇ ਲੋਹਾ ਖੜਕੇਗਾ। ਜਿਹੜੇ ਤੁਹਾਡੇ ਘੋੜੇ ਆ ਉਹਨਾਂ ਨੂੰ ਸੰਭਾਲ ਲਓ, ਸ਼ਸਤਰ ਵੇਖ ਲਓ, ਜੋ ਚਾਹੀਦਾ ਗੁਰੂ ਸਾਹਿਬ ਕੋ ਆ ਕੇ ਮੰਗ ਲਵੋ। ਜਦੋਂ ਸਾਧ ਸੰਗਤ ਦੇ ਸੁਨੇਹਾ ਸਾਰਿਆਂ ਡੇਰਿਆਂ ਚਲਾ ਗਿਆ ਨਾ ਪਾਉਂਟਾ ਸਾਹਿਬ ਵੀ ਕੱਲ ਯੁੱਧ ਹੋਵੇਗਾ, ਤੇ ਗੁਰੂ ਸਾਹਿਬ ਜੀ ਕਹਿੰਦੇ ਵੀ ਤਿਆਰ ਹੋ ਜਾਓ। ਮਹਾਰਾਜ ਦਾ ਜੰਗ ਦਾ ਸੁਨੇਹਾ ਸੁਣ ਕੇ ਜਿਹੜੇ 10 ਸੂਰਮੇ ਜਿਹੜੇ ਮਰਦ ਬਹਾਦਰ ਸਨ, ਉਹਨਾਂ ਦੇ ਚਿੱਤ ਦੇ ਵਿੱਚ ਬਹੁਤਾ ਹੀ ਉਤਸ਼ਾਹ, ਬਹੁਤਾ ਹੀ ਚਿੱਤ ਦੇ ਵਿੱਚ ਚਾਅ ਚੜ ਗਿਆ। ਜੋ ਵੀ ਵਸਤੂਆਂ
ਚਾਹੀਦੀਆਂ ਸਨ, ਕੋਈ ਤੀਰ, ਕੋਈ ਕਿਰਪਾਨ, ਕੋਈ ਵਰਸ਼ਾ ਜਾਂ ਹੋਰ ਪਦਾਰਥ ਜਿਹੜੇ ਜੰਗ ਵਿੱਚ ਕੰਮ ਆਉਣੇ ਨੇ, ਸ਼ਸਤਰ ਬਸਤਰ ਮੰਗ ਕੇ ਜਿੰਨਾ ਜਿੰਨਾ ਕਿਸੇ ਨੂੰ ਚਾਹੀਦਾ ਸੀ ਗੁਰੂ ਕਲਗੀਧਰ ਮਹਾਰਾਜ ਦੇ ਕੋਲੋਂ ਲੈ ਲਿਆ। ਪਰ ਜਿਹੜੇ ਕੁਝ ਕਾਇਰ ਲੋਕ ਜਿਨ੍ਹਾਂ ਦਾ ਕੰਮ ਕੇਵਲ ਖਾਣ ਪੀਣ ਤੀਕਰ ਹੀ ਸੀ, ਉਹ ਡਰ ਗਏ ਵੀ ਮਾਨੋ ਵੀ ਸਾਡੀ ਤਾਂ ਮੌਤ ਨੇੜੇ ਆ ਗਈ ਹੈ, ਜੰਗ ਕਾਹਦੀ ਹੋਵੇਗੀ ਕੱਲ ਨੂੰ, ਇਹ ਤਾਂ ਸਾਡੀ ਮੌਤ ਹੀ ਕਹਿੰਦੇ ਵੀ ਨੇੜੇ ਆਈ ਹੈ। ਤੇ ਉਹ ਕਹਿੰਦੇ ਵੀ ਜਿਹੜੇ ਨਿਤ ਗੁਰੂ ਸਾਹਿਬ ਕੋਲ ਰਹਿੰਦੇ ਸੀ ਨਾ ਖਾਣ ਪੀਣ ਦੇ ਲਈ, ਹੁਣ ਚਾਹੁੰਦੇ ਨੇ ਵੀ ਕਾਨ ਕਢਾ ਕੇ ਖਿਸਕ ਜੀਏ, ਕੰਨੀ ਖਿਸਕਾ ਜੀਏ, ਮੋਢਾ ਛਡਾ ਕੇ ਹੁਣ ਭੱਜ ਜਾਈਏ ਜੰਗ ਤੋਂ ਪਹਿਲਾਂ। ਇਸ ਤਰ੍ਹਾਂ ਤਿਆਰੀ ਕਰਦੇ ਆ, ਕੋਈ ਉਤਸ਼ਾਹ ਦੇ ਨਾਲ ਚਾਅ ਦੇ ਵਿੱਚ ਹੈ ਵੀ ਸਵੇਰੇ ਜੰਗ ਕਰਾਂਗੇ, ਗੁਰੂ ਦੀਆਂ ਖੁਸ਼ੀਆਂ ਲਵਾਂਗੇ, ਤੇ ਕਈ ਡਰੀ ਜਾਂਦੇ ਨੇ ਵੀ ਹੁਣ ਕੀ ਬਣੂਗਾ ਸਵੇਰੇ ਜੇ ਜੰਗ ਵਿੱਚ ਜਾਣਾ ਪਿਆ। ਇਵੇਂ ਕਰਦੇ ਆ ਸੰਧਿਆ ਦਾ ਸਮਾਂ ਪਿਛਲਾ ਪਹਿਰ ਸਮਾਪਤ ਹੋਣ ਤੇ ਆ ਗਿਆ। ਸਾਰਿਆਂ ਨੇ ਲੰਗਰ ਦੇ ਵਿੱਚੋਂ ਜਿੰਨਾ ਜੋਗ ਸੀ ਭੋਜਨ ਪ੍ਰਸ਼ਾਦਾ ਛਕ ਲਿਆ। 500 ਉਦਾਸੀ ਸਾਧੂ ਪਾਉਂਟਾ ਸਾਹਿਬ ਰਹਿੰਦੇ ਸਨ। ਸਾਧੂਆਂ ਦੀ ਪੂਰੀ ਜਮਾਤ ਹੀ ਕਲਗੀਧਰ ਜੀ ਦੇ ਕੋਲ ਰਹਿੰਦੀ ਹੈ। ਆਏ ਬਹੁਤ ਹੀ ਡਰੇ ਜਦੋਂ ਸੁਨੇਹਾ ਮਿਲਿਆ ਨਾ ਮਹਾਰਾਜ ਦਾ ਵੀ ਦਸਤਾਰਾਂ ਬੰਨ੍ਹ ਕੇ ਸ਼ਸਤਰ ਫੜ ਲਓ, ਜੰਗ ਵਿੱਚ ਘੱਲਣਾ ਤੁਹਾਨੂੰ। ਇਹਨਾਂ ਸਾਰਿਆਂ ਨੇ ਬੜਾ ਡਰ ਮੰਨਿਆ। ਇਹਨਾਂ ਨੂੰ ਤਾਂ ਰਾਤ ਦੀ ਰੋਟੀ ਵੀ ਚੰਗੀ ਤਰ੍ਹਾਂ ਨਾਲ ਲੰਘੀ, ਆਪਸ ਵਿੱਚ ਮਿਲ ਕੇ ਸਲਾਹਾਂ ਕਰਨ ਲੱਗ ਪਏ। ਇੱਕ ਦੂਸਰੇ ਨੂੰ ਉਦਾਸੀ ਸਾਧ ਕਹਿੰਦੇ ਨੇ, ਉਹ ਉਦਾਸੀਓ ਕਿਉਂ ਬਿਨਾਂ ਕਾਰਨ ਤੁਸੀਂ ਜੰਗ ਦੇ ਵਿੱਚ ਮਰਨ ਲੱਗੇ ਹੋ, ਕਿਉਂ ਬਿਨਾਂ ਅਣਿਆਈ ਮੌਤੇ ਮਰਨਾ ਚਾਹੁੰਦੇ ਹੋ। ਉਹ ਛੱਡੋ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਖਹਿੜਾ, ਕਿਧਰੇ ਨਿਕਲ ਜਾਓ ਤੇ ਮੰਗ ਕੇ ਘਰਾਂ ਦੇ ਵਿੱਚੋਂ ਖਾ ਪੀ ਕੇ ਆਪਣੀ ਜੀਵਿਕਾ ਆਪਣਾ ਰੁਜ਼ਗਾਰ ਕਰ ਲਓ। ਇੱਥੇ ਖਾਂਦੇ ਸੀ ਨਾ ਵਿਹਲੀਆਂ, ਹੁਣ ਪਤਾ ਲੱਗਣਾ ਜਦੋਂ ਕੱਲ ਨੂੰ ਮਰਨਾ ਪਿਆ। ਹਾਲਾਂ ਵੀ ਸਮਾਂ ਇਹ, ਛੱਡ ਦੋ ਖਹਿੜਾ ਗੁਰੂ ਦਾ, ਨੱਸ ਜਾਓ, ਕਿਤੇ ਮੰਗ ਕੇ ਕਹਿੰਦੇ ਖਾ ਕੇ ਗੁਜ਼ਾਰਾ ਕਰ ਲਈਏ। ਅਸੀਂ ਕਹਿੰਦੇ ਸਾਡਾ ਕੰਮ ਖਾਣਾ ਪੀਣਾ, ਲੜਨ ਦੇ ਨਾਲ ਸਾਡਾ ਕੀ ਕੰਮ ਹੈ। ਅਸੀਂ ਕਿਤੇ ਜੰਗ ਕਰਨ ਵਾਲੇ ਹੁੰਦੇ, ਅਸੀਂ ਤਾਂ ਖਾਣ ਪੀਣ ਵਾਲੀ ਜਾਤ ਹਾਂ। ਸਾਧੂਆਂ ਦਾ ਉਦਾਸੀ ਫਕੀਰਾਂ ਦਾ ਭੇਗ ਅਸੀਂ ਸਰੀਰ ਤੇ ਧਾਰਨ ਕੀਤਾ ਏ। ਅਸੀਂ ਜੰਗ ਕਰਨ ਵਾਸਤੇ ਥੋੜਾ, ਜੇ ਕੁਝ ਕਰਨਾ ਹੀ ਹੁੰਦਾ ਤਾਂ ਘਰੇ ਕੰਮ ਨਾ ਕਰਦੇ, ਮਹਾਰਾਜ ਸਾਹਿਬ ਦੇ ਜੰਗ ਕਰਨਾ ਤਾਂ ਕਰੀ ਜਾਣ। ਸਾਡਾ ਕੰਮ ਸਾਰ ਕਹਿੰਦੇ ਵੀ ਜੰਗ ਕਰਨਾ ਨਹੀਂ ਹੈ, ਕਿਉਂਕਿ ਇਹ ਗੱਲ ਤਾਂ ਪੱਕੀ ਹੈ ਵੀ ਲੜਨ ਤੋਂ ਬਗੈਰ ਮਹਾਰਾਜ ਟਲਣਗੇ ਨਹੀਂ। ਦਸਮ ਪਾਤਸ਼ਾਹ ਨੇ ਜੰਗ ਜ਼ਰੂਰ ਕਰਨਾ ਹੈ। ਕਹਿੰਦਾ ਵੇਖਦੇ ਆ, ਕਈ ਦਿਨਾਂ ਤੋਂ ਅਨੰਦਪੁਰ ਸਾਹਿਬ ਵੀ ਵਹਿੰਦੇ ਰਹੇ, ਹੁਣ ਪਾਉਂਟਾ ਸਾਹਿਬ ਵੇਖਦੇ ਆ ਵੀ ਮਹਾਰਾਜ ਨਿਤ ਜੰਗ ਦੀ ਤਿਆਰੀ ਕਰਦੇ, ਫੌਜਾਂ ਰੱਖੀ ਜਾਂਦੇ, ਘੋੜੇ ਖਰੀਦੀ ਜਾਂਦੇ, ਸ਼ਸਤਰ ਇਕੱਠੇ ਕਰੀ ਜਾਂਦੇ ਨੇ। ਆਪ ਸਲਾਹ ਕਰਦੇ ਆ ਗੱਲ ਇੱਥੇ ਪਹੁੰਚੀ, ਕਹਿੰਦੇ ਭਲਾ ਤੁਹਾਡਾ ਇਸੇ ਜੀ ਹੈ ਵੀ ਰਾਤ ਦਾ ਹਨੇਰਾ ਜਿਹਾ ਵੇਖ ਕੇ ਨੱਸ ਜਾਓ ਪਾਉਂਟਾ ਸਾਹਿਬ ਤੋਂ। ਤੇ ਜੇ ਕਦੇ ਗੁਰੂ ਗੋਬਿੰਦ ਸਿੰਘ ਜੀ ਨੂੰ ਪਤਾ ਲੱਗ ਗਿਆ ਨਾ ਦਿਨ ਹੋਣ ਤੀਕਰ ਵੀ ਇਹ ਜੰਗ ਜਾਣ ਵੱਲੋਂ ਕਤਰਾਉਂਦੇ ਨੇ ਤੇ ਕਿਤੇ ਭੱਜਣਾ ਚਾਹੁੰਦੇ, ਫਿਰ ਬੱਲੋ ਮੱਲੀ ਕਹਿੰਦੇ ਧੱਕੇ ਨਾਲ ਬੰਨ੍ਹ ਕੇ ਆਪਣੇ ਕੋ ਰੱਖ ਲੈਣਾ ਮਹਾਰਾਜ ਨੇ। ਇਸ ਤਰ੍ਹਾਂ ਸਾਧ ਸੰਗਤ ਜੀ ਸਲਾਹ ਕਰਕੇ ਨਾ, ਇਹ ਉਦਾਸੀ ਸਾਧ ਜਿਹੜੇ ਕਹਿੰਦੇ ਅਸੀਂ ਤਾਂ ਜਿਹੜੇ ਗੜਵਾ ਭਰ ਕੇ ਦੁੱਧ ਦਾ ਤੇ ਪੱਟਾਂ ਤੇ ਰੱਖ ਕੇ ਪੀਂਦੇ ਸੀ, ਹੱਥਾਂ ਦੇ ਵਿੱਚ ਵੀ ਨਹੀਂ ਸੀ ਚੁੱਕਿਆ ਜਾਂਦਾ। ਤੇ ਜਿਹੜੇ ਚੰਗੀਆਂ ਦੱਥੇ ਥਈ ਜਿਹੜਾ ਜਿੰਨੀ ਕੁ ਘਰ ਵਿੱਚ ਕਿਸੇ ਦੇ 5-6 ਜੀਆਂ ਦੀ ਚੰਗੇਰ ਹੁੰਦੀ, ਇੰਨੇ ਪ੍ਰਸ਼ਾਦੇ ਇੱਕੇ ਟਾਈਮ ਖਾਣ ਵਾਲੇ ਸਾਧ ਜਿਹੜੇ ਗੁਰੂ ਘਰ ਦੇ ਵਿੱਚ ਵਿਹਲੀਆਂ ਖਾਂਦੇ, ਖੁੱਲ੍ਹਾ ਦੁੱਧ ਪੀਂਦੇ ਰਹੇ। ਜਦੋਂ ਜੰਗ ਦਾ ਸਮਾਂ ਆਇਆ, ਹਨੇਰਾ ਵੇਖ ਕੇ ਰਾਤ ਨੂੰ ਕਹਿੰਦੇ ਖਿਸਕ ਗਏ, ਭਾਗੜ ਦੰਗ ਹੋ ਗਏ। ਕਹਿੰਦੇ ਬਿਨਾਂ ਦੇਰ ਤੋਂ ਆਪਣਾ ਡੇਰਾ ਹੀ ਛੱਡ ਕੇ ਪਾਉਂਟਾ ਸਾਹਿਬ ਤੋਂ ਨੱਸ ਗਏ, ਜਿਹੜੇ ਇੱਥੇ ਸਮਾਧੀਆਂ ਲਾ ਬੈਠੇ ਸਨ। ਤੇ ਜਦੋਂ ਪਾਉਂਟਾ
ਪਾਉਂਟਾ ਸਾਹਿਬ ਤੋਂ ਨਿਕਲੇ 500 ਉਦਾਸੀ ਸਾਧ। ਕਹਿੰਦੇ ਫਿਰ ਜੁਦੇ ਜੁਦੇ ਹੋ ਗਏ ਨਾ, ਛੋਟੇ ਛੋਟੇ ਟੋਲੇ ਬਣਾ ਕੇ ਕੋਈ ਕਿਸੇ ਪਾਸੇ ਨੂੰ ਚਲਾ ਗਿਆ, ਕੋਈ ਕਿਸੇ ਪਾਸੇ ਨੂੰ। ਜਾਚ ਜਾਚ ਕਰ ਖਾਏ ਆਹਾਰ, ਮੰਗ ਮੰਗ ਕੇ ਕਹਿੰਦੇ ਲੋਕਾਂ ਦੇ ਘਰ ਦੇ ਵਿੱਚੋਂ ਫਿਰ ਭੋਜਨ ਖਾਣ ਲੱਗ ਪਏ। ਕਿਸੇ ਗੁਰੂ ਕੇ ਲੰਗਰ ਵਿੱਚ ਸਾਰਿਆਂ ਨੂੰ ਬੈਠੇ ਬਿਠਾਇਆ ਨੂੰ ਮਿਲਦਾ ਸੀ, ਹੁਣ ਘਰ ਘਰ ਮੰਗ ਕੇ ਖਾਂਦੇ ਨੇ। ਜਿਸ ਰੰਗ ਤੇ ਉਤਸ਼ਾਹ ਬਹੀਨ, ਆ ਕਹਿੰਦੇ ਜਿਸ ਯੁੱਧ ਕਰਨ ਤੇ ਉਤਸ਼ਾਹ ਤੋਂ ਇਹ ਉਦਾਸੀ ਫਕੀਰ ਸਾਧੂ ਬਹੀਨ ਰਹਿਤ ਸਨ, ਜੰਗ ਕਰਨ ਵੱਲੋਂ ਜਿਹੜੇ ਬੇਮੁਖ ਹੋ ਗਏ। ਜਹਾਂ ਕਹਿ ਬਨ ਬਨ ਦੀਨ, ਤੇ ਕਹਿੰਦੇ ਦੀਨ ਬਣ ਕੇ ਨਾ ਤਰਲੇ ਜੇ ਕੱਢਦੇ, ਕਦੀ ਕਿਸੇ ਦਰਵਾਜ਼ੇ ਅੱਗੇ, ਕਦੀ ਕਿਸੇ ਦੇ ਬੂਹੇ ਅੱਗੇ। ਕੋਈ ਚੱਜ ਨਾ ਖਵਾ ਲੈਂਦਾ ਹੈ, ਕੋਈ ਕਹਿੰਦਾ ਵੀ ਕਿੱਥੇ ਮੂੰਹ ਚੱਕਿਆ। ਇਵੇਂ ਦੀਨ ਬਣ ਬਣ ਕੇ ਨਾਲੇ ਲੋਕਾਂ ਦੀਆਂ ਤਰਕਾਂ ਸਹਾਰਦੇ ਨੇ ਤੇ ਮਸਾਂ ਮਸਾਂ ਕਹਿੰਦੇ ਮੰਗ ਕੇ ਖਾਂਦੇ ਹਨ। ਗਾਇਓ ਨਾ ਖੜਗ ਭੂਮ ਜਿਸ ਬਸ ਹੈ, ਕਵੀ ਜੀ ਕਹਿੰਦੇ ਵੀ ਸ਼ਸਤਰ ਨਹੀਂ ਫੜਿਆ ਨਾ ਗੁਰੂ ਕਲਗੀਧਰ ਮਹਾਰਾਜ ਦਾ ਹੁਕਮ ਮੰਨ ਕੇ। ਜਿਸ ਸ਼ਸਤਰ ਦੇ ਅਧੀਨ ਧਰਤੀ ਦਾ ਰਾਜ ਹੈ, ਸ਼ਸਤਰਨ ਕੇ ਅਧੀਨ ਹੈ ਰਾਜ। ਕਿਸੇ ਥਾਂ ਦਾ ਵੀ ਰਾਜ ਭਾਗ ਜਿਹੜਾ ਹੈ ਉਹ ਸ਼ਸਤਰਾਂ ਦੇ ਪ੍ਰਭਤਾ ਨਾਲ ਮਿਲਦਾ। ਕਹਿੰਦੇ ਕਿੱਥੇ ਸ਼ਸਤਰ ਚੁੱਕਦੇ ਤਾਂ ਰਾਜ ਭਾਗ ਮੰਨਣਾ ਸੀ, ਕਿੱਥੇ ਬੇਮੁਖ ਹੋ ਕੇ ਉਦਾਸੀ ਸਾਧੂ ਘਰ ਘਰ ਮੰਗਦੇ ਫਿਰਦੇ ਹਨ। ਸੋ ਭੋਗ ਹੈ ਜੋ ਅਸ ਕਟ ਕਸ ਹੈ, ਕਹਿੰਦੇ ਵੀ ਰਾਜ ਭਾਗ ਤਾਂ ਉਹੀ ਭੋਗੇਗਾ ਮਾਣੇਗਾ ਨਾ ਜਿਹੜਾ ਕਮਰ ਕਸੇ ਨਾਲ ਕਿਰਪਾਨ ਕੱਸ ਕੇ ਰੱਖੂਗਾ, ਜਿਹੜਾ ਸ੍ਰੀ ਸਾਹਿਬ ਗਾਤਰੇ ਪਾ ਕੇ ਰੱਖੂ। ਭਾਵ ਜਿਹੜਾ ਸਿੱਖ ਹਰ ਵੇਲੇ ਤਿਆਰ ਪਰ ਤਿਆਰ ਰਹਿੰਦਾ, ਜਿਹੜਾ ਮਹਾਰਾਜ ਦੇ ਹੁਕਮਾਂ ਨੂੰ ਮੰਨ ਕੇ ਐਨ ਚੜ੍ਹਦੀ ਕਲਾ ਵਿੱਚ ਰਹਿੰਦਾ ਏ, ਰਾਜ ਭਾਗ ਧਰਤੀ ਦਾ ਤਾਂ ਉਹੀ ਮਾਣੇਗਾ, ਉਹੀ ਪਾਤਸ਼ਾਹ ਏ। ਸਵਾਜਮ ਜਮਨ ਜਬ ਰਹੀ, ਆਏ ਤੇਰੇ ਸਾਧੂ ਭੱਜ ਗਏ ਰਾਤ ਦਾ ਸਮਾਂ ਵੇਖ ਕੇ ਤੇ ਮੰਗ ਮੰਗ ਕੇ ਖਾਣ ਲੱਗ ਪਏ। ਇਧਰ ਹੁਣ ਪਾਉਂਟਾ ਸਾਹਿਬ ਜਦੋਂ ਸਵਾ ਕੁ ਪਹਿਰ ਤੜਕੇ, ਇੰਨੀ ਕੁ ਰਾਤ ਬਾਕੀ ਰਹਿ ਗਈ ਜਦੋਂ 2:30 ਵਜੇ ਰਾਤ ਦੇ ਸਮੇਂ ਦੇ। ਆ ਜਿੰਨੇ ਵੀ ਸੂਰਮੇ ਸਨ ਪਾਉਂਟਾ ਸਾਹਿਬ ਸਾਰੇ ਸੁਚੇਤ ਹੋਏ ਨੇ, ਸਭ ਤਿਆਰ ਬਰ ਤਿਆਰ ਹੋ ਗਏ ਨੇ ਵੀ ਅੱਜ ਜੰਗ ਹੋਣਾ ਏ ਤਾਂ ਹੋਰ ਸੋਣਾ ਮੁਨਾਸਬ ਨਹੀਂ। ਗੁਰੂ ਕੇ ਰਬਾਬੀਆਂ ਨੇ ਦੀਵਾਨ ਵਿੱਚ ਆ ਕੇ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਆਰੰਭ ਕਰ ਦਿੱਤਾ। ਤੇ ਕਈ ਜਿਹੜੇ ਸੂਰਮੇ ਹਨ ਲੈ ਕਰਕੇ ਸ਼ੰਖ ਵਜਾਉਂਦੇ ਨੇ। ਕੋਈ ਗੁਰੂ ਕਾ ਸਿੱਖ ਜਮਨਾ ਦੇ ਕੰਢੇ ਚੌਂਕੜਾ ਮਾਰ ਕੇ ਬੈਠਾ ਏ ਤੇ ਗੁਰਬਾਣੀ ਦੇ ਪਾਹੰਚੀ ਸੁਰ ਵਿੱਚ ਕਰ ਰਿਹਾ। ਕੋਈ ਜਪ ਪੜ ਰਿਹਾ, ਕੋਈ ਜਾਪ, ਕੋਈ ਸੁਖਮਣੀ ਸਾਹਿਬ, ਕੋਈ ਅਕਾਲ ਉਸਤਤ ਪੜ ਰਿਹਾ ਏ। ਇਸ ਪ੍ਰਕਾਰ ਦੇ ਨਾਲ ਸਾਰੇ ਹੀ ਗੁਰੂ ਕੇ ਸੂਰਮਿਆਂ ਨੇ ਤਨੂ ਇਸ਼ਨਾਨੈ ਪਾਵਨ ਪਾਣੀ। ਕੋਈ ਕਹਿੰਦੇ ਵੀ ਪਵਿੱਤਰ ਜਮਨਾ ਦੇ ਜਲ ਦੇ ਨਾਲ ਆਪਣੇ ਸਰੀਰ ਦਾ ਇਸ਼ਨਾਨ ਕਰਾ ਰਿਹਾ ਹੈ। ਆ ਦੇਸੀ ਘਿਓ ਦੇ ਦੀਵੇ ਬਾਲ ਤੇ ਅੰਮ੍ਰਿਤ ਵੇਲੇ ਪ੍ਰਕਾਸ਼ ਕਰਨ ਦੇ ਲਈ, ਸੁਗੰਧੀਆਂ ਦੇ ਲਈ ਧੂਪ ਦਿਖਾਉਂਦੇ ਹਨ ਸਿੱਖ। ਤੇ ਕੋਈ ਗੁਰੂ ਕਾ ਸੂਰਮਾ ਬੁੱਕ ਭਰ ਭਰ ਕੇ ਫੁੱਲਾਂ ਦੇ ਨਾਲ ਫੁੱਲਾਂ ਦੇ ਬੁੱਕ ਭਰ ਕੇ ਤੇ ਸ਼ਸਤਰਾਂ ਦੇ ਅੱਗੇ ਅਰਪਣ ਕਰਦੇ ਨੇ। ਸ਼ਸਤਰਾਂ ਦੀ ਪੂਜਾ ਕਰਦੇ ਹਨ ਵੀ ਅੱਜ ਤੁਹਾਡੀ ਲੋੜ ਹੈ ਸਾਨੂੰ। ਇਸ ਤਰ੍ਹਾਂ ਗੁਰੂ ਕਲਗੀਧਰ ਮਹਾਰਾਜ ਜੀ ਦੇ ਦਲ ਪੰਥ ਦੇ ਵਿੱਚ ਅਤਿਅੰਤੀ ਕਹਿੰਦੇ ਜੈ ਜੈਕਾਰ ਹੋ ਰਹੀ ਹੈ, ਜਕਾਰੇ ਬੁਲਾਏ ਜਾ ਰਹੇ ਹਨ। ਗੁਰੂ ਕੇ ਸੂਰਮੇ ਬੜੇ ਉਤਸ਼ਾਹ ਦੇ ਨਾਲ ਸਵੇਰੇ ਅੰਮ੍ਰਿਤ ਵੇਲੇ ਉੱਠਦੇ ਆਂ। ਕੋਈ ਕਹਿੰਦਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ, ਕੋਈ ਕਹਿ ਰਿਹਾ ਜਕਾਰੇ ਬੁਲਾਵੇ ਫਤਿਹ ਪਾਵੇ ਸੋ ਨਿਹਾਲ ਹੋ ਜਾਵੇ ਸਤਿ ਸ੍ਰੀ ਅਕਾਲ। ਇਹ ਅੰਮ੍ਰਿਤ ਵੇਲੇ ਗੁਰੂ ਕੇ ਸੂਰਮੇ ਉੱਚੀ ਸੁਰ ਵਿੱਚ ਜਕਾਰੇ ਬੁਲਾ ਰਹੇ ਨੇ, ਬੜਾ ਇੱਕ ਦੂਜੇ ਦਾ ਉਤਸ਼ਾਹ ਵਧਾ ਰਹੇ ਹਨ। ਇਧਰ ਗੁਰੂ ਕਲਗੀਧਰ ਮਹਾਰਾਜ ਨੇ ਵੀ ਸਰੀਰ ਦੀ ਕਿਰਿਆ ਸੋਧ ਕੇ ਤੇ ਯਮੁਨਾ ਦੇ ਵਿੱਚ ਇਸ਼ਨਾਨ ਕੀਤਾ। ਤੇ ਫਿਰ ਕਲਗੀਧਰ ਮਹਾਰਾਜ ਸਾਹਿਬ ਜੀ ਆਸਣ ਦੇ ਉੱਤੇ ਚੌਂਕੜਾ ਮਾਰ ਕੇ ਆਪਣੇ ਸਰੂਪ ਦੇ ਵਿੱਚ ਧਿਆਨ ਲਾ ਲਿਆ ਦਸਵੇਂ ਪਾਤਸ਼ਾਹ ਨੇ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਧਿਆਨ ਕੀ ਚਲਾਇਆ ਆਪਣੇ ਸਰੂਪ ਦੇ ਵਿੱਚ।
ਜਿਹੜਾ ਪਰਮੇਸ਼ਰ ਦਾ ਹੀ ਰੂਪ ਹੈ, ਜਿਹਨੂੰ ਸਤ ਚੇਤਨ ਆਨੰਦ ਸਰੂਪ ਕਹਿੰਦੇ, ਆਪਣੇ ਸਰੂਪ ਵਿੱਚ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸੁਰਤੀ ਜੋੜ ਲਈ। ਜੋ ਸਤ ਚੇਤਨ ਆਨੰਦ ਸਦਾਏ, ਆ ਜਿਹੜਾ ਸਰੂਪ ਸਦਾ ਕਾਇਮ ਰਹਿਣ ਵਾਲਾ ਹੈ। ਸਰੀਰ ਤਾਂ ਨਾਸ ਹੋ ਜਾਂਦੇ ਨੇ, ਪਰ ਜਿਹੜਾ ਪਰਮੇਸ਼ਰ ਦਾ ਸਰੂਪ ਹੈ ਉਹ ਸਤ ਹੈ, ਚੇਤਨ ਹੈ ਤੇ ਆਨੰਦ ਹੈ, ਸਦਾ ਕਾਇਮ ਦਾਇਮ ਹੈ। ਉਹਦੇ ਵਿੱਚ ਮਹਾਰਾਜ ਜੀ ਨੇ ਸਮਾਧੀ ਲਾਈ ਹੈ। ਜਗਤਾ ਧਾਰ ਰਹਿਤ ਮਹੀਆਨ, ਉਹ ਆਪਣਾ ਸਰੂਪ ਕੀ ਹੈ ਉਹਦੀ ਹੋਰ ਵਿਆਖਿਆ ਕਰਦੇ ਨੇ ਕਵੀ ਜੀ ਵੀ ਜਿਹੜਾ ਸਾਰੇ ਜਗਤ ਦਾ ਆਧਾਰ ਹੈ ਤੇ ਵੱਡਿਆਂ ਤੋਂ ਜਿਹੜਾ ਵੱਡਾ ਹੈ ਉਹ ਮਹਾਰਾਜ ਦਾ ਆਪਣਾ ਸਰੂਪ ਹੈ। ਅਚਲ ਅਨਾਸੀ ਸਰਬ ਸਮਾਨ, ਅਚਲ ਹੈ ਭਾਵ ਕਿ ਚਲਾਏ ਮਾਨ ਨਹੀਂ ਹੈ, ਅਬਨਾਸੀ ਹੈ, ਨਾਸਵੰਤ ਨਹੀਂ ਹੈ ਤੇ ਸਾਰਿਆਂ ਦੇ ਵਿੱਚ ਸਮਾਨ ਸਮਾਇਆ ਹੋਇਆ ਏ। ਕਮਲ ਬਿਲੋਚਨ ਮੁੰਦਰਤ ਹੋਏ, ਜਾਂ ਸਰਬ ਮਹਾਨ ਵੀ ਪਾਠ ਹੈ ਵੀ ਸਾਰਿਆਂ ਤੋਂ ਮਹਾਨ ਤਗੜਾ ਸਰੂਪ ਹੈ। ਕਮਲ ਬਿਲੋਚਨ ਮੁੰਦਰਤ ਹੋਏ, ਧੰਨ ਗੁਰੂ ਕਲਗੀਧਰ ਮਹਾਰਾਜ ਨੇ ਸਮਾਧੀ ਲਾਈ। ਕਮਲ ਵਰਗੇ ਸੋਹਣੇ ਮਹਾਰਾਜ ਦੇ ਨੇਤਰ ਹਨ ਤੇ ਮੁਦਰਤ ਹੋ ਗਏ ਨੇ, ਬੰਦ ਕੀਤੇ ਸਤਿਗੁਰਾਂ ਨੇ। ਇਸ ਸਮਾਗ ਮੈਂ ਚੇਤਾ ਹੋਏ, ਉਹ ਜਿਹੜਾ ਸਰੂਪ ਕਵੀ ਜੀ ਨੇ ਪਿੱਛੇ ਦੱਸਿਆ ਨਾ ਸਾਰੇ ਜਗਤ ਦਾ ਆਸਰਾ, ਉਹਦੇ ਵਿੱਚ ਮਹਾਰਾਜ ਜੀ ਨੇ ਸਮਾਧੀ ਲਾਈ ਹੈ ਤੇ ਥਿਰ ਹੋਏ ਨੇ ਆਸਣ ਤੇ। ਜੋ ਘੜੀ ਕੇ ਅੰਮ੍ਰਿਤ ਵੇਲਾ, 2 ਘੜੀਆਂ ਦੇ ਅੰਮ੍ਰਿਤ ਵੇਲੇ ਫਿਰ ਮਹਾਰਾਜ ਸੁਚੇਤ ਹੋਏ ਨੇ। ਕਰਿਓ ਧਿਆਨ ਸਤਿਗੁਰੂ ਸੁਹੇਲਾ, ਧੰਨ ਗੁਰੂ ਕਲਗੀਧਰ ਮਹਾਰਾਜ ਜੀ ਨੇ 2 ਘੜੀਆਂ ਦੇ ਅੰਮ੍ਰਿਤ ਵੇਲੇ ਸੌਖਾ ਹੀ ਢੰਗ ਦੇ ਨਾਲ ਜੋ ਸਮਾਧੀ ਦਾ ਤਿਆਗ ਕੀਤਾ, ਸਮਾਧੀ ਤੋਂ ਉਥਾਨ ਹੋਏ ਹਨ, ਉੱਠੇ ਹਨ। ਕੌਣ ਸੁੰਦਰ ਦਸਤਾਰ ਸਜਾਈ, ਪਹਿਲਾਂ ਮਹਾਰਾਜ ਨੇ ਥੱਲੇ ਕੇਸਕੀ ਬੰਨੀ ਸੀ, ਫੇਰ ਮਹਾਰਾਜ ਨੇ ਕੇਸਕੀ ਦੇ ਉੱਤੋਂ ਦੀ ਸੋਹਣੀ ਦਸਤਾਰ ਸਜਾ ਲਈ, ਘੁੱਟ ਕੇ ਦਮਾਲਾ ਬੰਨ ਲਿਆ ਜਿਹੜਾ ਜੰਗ ਵਾਸਤੇ ਦਿੱਤਾ ਸੀ ਸਿੱਖਾਂ ਨੂੰ। ਉਹ ਜਿਗਾ ਬਾਂਧ ਧਮਕਾਈ, ਤੇ ਦਸਤਾਰ ਦੇ ਉੱਤੇ ਮਹਾਰਾਜ ਜੀ ਨੇ ਉੱਪਰ ਜਗ੍ਹਾ ਬੰਦੀ ਹੈ ਤੇ ਬੜੀ ਧਮਕਾਈ ਚਮਕਾਈ ਫੱਬਦੀ ਹੈ ਦਮਾਲੇ ਦੇ ਉੱਤੇ। ਤੇ ਫਿਰ ਕਲਗੀਧਰ ਪਾਤਸ਼ਾਹ ਨੇ ਉੱਪਰ ਦਸਤਾਰੇ ਦੇ ਬੜੀ ਸੋਹਣੀ ਕਲਗੀ ਸਜਾਈ, ਜਿਹਦੀ ਸ਼ੋਭਾ ਬੜੀ ਮਹਾਨ ਹੈ। ਜਗਮਗ ਕਰ ਰਹੀ ਹੈ ਕਲਗੀ, ਕਿਉਂਕਿ ਵਿੱਚ ਹੀਰੇ ਜੜੇ ਨੇ, ਲਾਲ ਜੜੇ ਨੇ, ਪ੍ਰਕਾਸ਼ ਰਹੀ ਹੈ। ਐਸੀ ਸੁੰਦਰਤਾ ਹੈ ਜਿਹਨੂੰ ਵੇਖ ਕੇ ਕਿਹਦਾ ਮਨ ਨਹੀਂ ਲੁਭਾਏ ਮਾਨ ਹੁੰਦਾ, ਭਾਵ ਸਾਰੇ ਲੱਟੂ ਹੋ ਜਾਂਦੇ ਨੇ ਉਹਦੀ ਸੁੰਦਰਤਾ ਤੇ। ਫਿਰ ਸੂਖਮ ਬਰੀਕ ਸੂਤ ਦਾ ਮਹਾਰਾਜ ਸਾਹਿਬ ਜੀ ਨੇ ਬਣਿਆ ਹੋਇਆ ਚੋਲਾ ਆਪਣੇ ਸਰੀਰ ਤੇ ਪਹਿਨ ਲਿਆ। ਕਹਿੰਦੇ ਲੰਮਾ ਸੀ ਗਿੱਟਿਆਂ ਤੀਕਰ ਤੇ ਬੜਾ ਸੋਹਣਾ ਫੱਬਦਾ ਹੈ। ਤੇ ਕਲਗੀਧਰ ਮਹਾਰਾਜ ਨੇ ਕਮਰ ਕਸ਼ਾ ਕਰ ਲਿਆ ਚੋਲਾ ਪਹਿਨ ਕੇ, ਤੇ ਫਿਰ 9 ਰਤਨ ਜਿਹੜੇ ਸਨ ਮਹਾਰਾਜ ਨੇ ਭੁਜ ਦੰਡੇ ਡੋਲਿਆਂ ਦੇ ਉੱਤੇ ਪਾਏ ਨੇ। ਮਹਾਰਾਜ ਦੀ ਭੁਜ ਡੰਡੇ ਉਦਾਂ ਕਹਿੰਦੇ ਮਜ਼ਬੂਤ ਨੇ ਜਿਵੇਂ ਹਾਥੀ ਦੀ ਕਹਿੰਦੇ ਸੁੰਡ ਹੋਵੇ ਤੇ ਸੁੰਡ ਦੇ ਉੱਤੇ ਨਵਰਤਨੇ ਪ੍ਰਕਾਸ਼ ਰਹੇ ਹੋਣ। ਏਦਾਂ ਮਹਾਰਾਜ ਜੀ ਦੇ ਡੋਲਿਆਂ ਦੇ ਉੱਤੇ ਸਤਿਗੁਰੂ ਜੀ ਦੀਆਂ ਅਜਾਨ ਬਾਹਾਂ, ਲੰਮੀਆਂ ਬਾਹਾਂ ਦੇ ਹਾਥੀ ਵਰਗੇ ਮਹਾਰਾਜ ਦੇ ਡੋਲੇ ਹਨ, ਹਾਥੀ ਦੀ ਸੁੰਡ ਵਰਗੀਆਂ ਬਾਹਾਂ ਦੇ ਨਵਰਤਨੇ ਪ੍ਰਕਾਸ਼ ਰਹੇ ਨੇ। ਸੋਨੇ ਦੇ ਕੜੇ ਜਿਨ੍ਹਾਂ ਦੇ ਵਿੱਚ ਹੀਰੇ ਪਾਏ ਮਹਾਰਾਜ ਜੀ ਨੇ ਪਹਿਨੇ ਹੋਏ ਹਨ। ਕਾਰੀਗਰਾਂ ਨੇ ਕੋਰਦਾਰ ਨੋਕਾਂ ਬਣਾਈਆਂ ਨੇ ਚੀਰ ਚੀਰ ਕੇ ਹੀਰਿਆਂ ਦੀਆਂ। ਤੇ ਫਿਰ ਕੁੰਡਲ ਪਾਏ ਹੋਏ ਬੜੇ ਪ੍ਰਕਾਸ਼ ਰਹੇ ਹਨ। ਤੇ ਜੋ ਕਲਗੀਧਰ ਮਹਾਰਾਜ ਜੀ ਦਾ ਮੁੱਖ ਮੰਡਲ ਹੈ ਉੱਤੇ ਦਾੜਾ ਉਤਰਿਆ ਹੋਇਆ, ਕਹਿੰਦੇ ਥੋੜਾ ਜਿਹਾ ਦਾੜਾ ਕਾਲੇ ਰੰਗ ਦਾ ਉਤਰਿਆ, ਬੜਾ ਸ਼ੋਭਾ ਪਾਉਂਦਾ ਏ। ਏਦਾਂ ਸ਼ਸਤਰ ਬਸਤਰ ਪਹਿਨਦਿਆਂ ਹੋਇਆਂ ਪੋਹ ਫਟਾਲਾ ਹੋ ਗਿਆ, ਸੂਰਜ ਦੀ ਲਾਲੀ ਆਕਾਸ਼ ਦੇ ਵਿੱਚ ਦਿਖੀ ਹੈ। ਉਧਰ ਸੂਰਜ ਉਦੇ ਹੋਇਆ ਤੇ ਆਸਾ ਜੀ ਦੀ ਵਾਰ ਦੇ ਕੀਰਤਨ ਦਾ ਭੋਗ ਪੈ ਗਿਆ। ਖੜੇ ਹੋ ਕੇ ਅਰਦਾਸ ਕੀਤੀ, ਉਪਰੰਤ ਸਾਰਿਆਂ ਨੇ ਸਿਰ ਝੁਕਾਇਆ, ਨਮਸਕਾਰ ਕੀਤੀ। ਇਧਰ ਕੀਰਤਨ
ਕਰਨ ਦੀ ਸਮਾਪਤੀ ਹੋਈ ਸੀ। ਹਾਲਾਂ ਇੱਕ ਸਾਹੋ ਸਾਹੀ ਸਿੱਖ ਆਇਆ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਕਹਿਣ ਲੱਗਾ, ਮਹਾਰਾਜ ਅਬਨਾਸ਼ੀ, ਇਹ ਜਗਤ ਦੇ ਮਾਲਕ ਨਾਸ ਤੋਂ ਰਹਿਤ ਮਹਾਰਾਜ ਜੀ ਸੁਣਨਾ ਕਰੋ ਬੇਨਤੀ ਇੱਕ। ਮਹਾਰਾਜ ਜਿਹੜੇ ਉਦਾਸੀਆਂ ਨੂੰ ਤੁਸੀਂ ਕੱਲ ਮੈਨੂੰ ਕਿਹਾ ਸੀ ਨਾ ਵੀ ਸੁਨੇਹਾ ਦੇ ਵੀ ਦਸਤਾਰਾਂ ਸਜਾ ਕੇ ਕਮਰ ਕੱਸੇ ਕਰ ਲੋ, ਕੱਲ ਜੰਗ ਵਿੱਚ ਲੜਨਾ ਤੁਸੀਂ। ਮਹਾਰਾਜ ਰਾਤ ਦੇ ਸਮੇਂ ਉਹ ਕਿਧਰੇ ਭੱਜ ਗਏ ਨੇ ਸਾਰੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸ੍ਰੀ ਮੁਖ ਤੇ ਸੁਣ ਕੇ ਰਣ ਕਰਨੋ, ਜਿਹੜਾ ਤੁਹਾਡੇ ਮੁਖੋਂ ਹੁਕਮ ਹੋਇਆ ਸੀ ਨਾ ਵੀ ਤੁਸੀਂ ਜੰਗ ਕਰਨਾ ਹੈ, ਉਦਾਸੀ ਸਾਧ ਉਹ ਤੁਸੀਂ ਅੱਗੇ ਹੋ ਕੇ ਲੜਨਾ ਹੈ ਦੁਸ਼ਮਣ ਦੇ ਨਾਲ। ਮਹਾਰਾਜ ਜੀਵਨ ਦੇ ਵਾਸਤੇ ਉਹਨਾਂ ਨੇ ਆਪਣੀ ਜ਼ਿੰਦਗੀ ਲਈ ਧੀਰਜ ਹਾਰ ਦਿੱਤੀ ਹੈ, ਹੌਸਲਾ ਨਹੀਂ ਰੱਖਿਆ, ਤੁਹਾਡੇ ਬਚਨਾਂ ਦੇ ਭਰੋਸਾ ਨਹੀਂ ਰੱਖਿਆ। ਜਦੋਂ ਸਿੱਖ ਨੇ ਕਿਹਾ ਨਾ ਵੀ ਮਹਾਰਾਜ ਜੰਗ ਦੀ ਗੱਲ ਸੁਣ ਕੇ ਤੇ ਉਦਾਸੀ ਸਾਧੂ ਜਿਹੜੇ ਸਨ ਉਹ ਸਾਰੇ ਹੀ ਦੌੜ ਗਏ ਹਨ, ਤਾਂ ਹੱਸਣ ਲੱਗ ਪਏ ਕਲਗੀਧਰ ਮਹਾਰਾਜ ਤੇ ਮੁਸਕਰਾਉਂਦਿਆਂ ਹੋਇਆਂ ਬਚਨ ਕੀਤਾ ਪਾਤਸ਼ਾਹ ਨੇ। ਮਹਾਰਾਜ ਕਹਿੰਦੇ ਵੀ ਜਿੱਥੇ ਉਦਾਸੀਆਂ ਦਾ ਡੇਰਾ ਸੀ ਸਿੱਖਾ ਚੰਗੀ ਤਰ੍ਹਾਂ ਵੇਖ ਕੇ ਆਇਆ ਜਾਂ ਨਹੀਂ ਵੇਖਿਆ? ਇੱਕੇ ਵਾਰ ਸਾਰੇ ਹੀ ਭੱਜ ਗਏ ਹਨ ਜਾਂ ਕੋਈ ਬਚਿਆ ਵੀ ਆ ਉਹਨਾਂ ਸਾਧਾਂ ਦੇ ਵਿੱਚੋਂ? ਮਹਾਰਾਜ ਕਹਿੰਦੇ ਸਾਰਿਆਂ ਨੇ ਧੀਰਜ ਹਾਰ ਦਿੱਤੀ ਜਾਂ ਕੋਈ ਧੀਰਜ ਧਾਰ ਕੇ ਤੇ ਜੰਗ ਵਿੱਚ ਲੜਨ ਦੇ ਵਾਸਤੇ ਬੈਠਾ ਰਿਹਾ ਏ। ਮਹਾਰਾਜ ਸਾਹਿਬ ਜੀ ਕਹਿੰਦੇ ਵੀ ਕਿਸੇ ਨੇ ਆਪਣਾ ਬੀਜ ਜੜ੍ਹਾਂ ਸਲਾਮਤ ਰੱਖੀਆਂ ਜਾਂ ਉਦਾਸੀਆਂ ਦੀਆਂ ਜੜ੍ਹਾਂ ਪੁੱਟੀਆਂ ਗਈਆਂ ਨੇ। ਸਾਹਿਬ ਕਹਿੰਦੇ ਤੂੰ ਡੇਰਾ ਵੇਖਿਆ ਸਿੱਖਾ ਚੰਗੀ ਤਰ੍ਹਾਂ ਵੀ ਕਿਸੇ ਉਦਾਸੀ ਨੇ ਆਪਣੀਆਂ ਜੜ੍ਹਾਂ ਕਾਇਮ ਰੱਖੀਆਂ ਜਾਂ ਸਾਰਿਆਂ ਦੀਆਂ ਪੁੱਟੀਆਂ ਗਈਆਂ ਹਨ? ਮਹਾਰਾਜ ਸਾਹਿਬ ਕਹਿੰਦੇ ਵੀ ਕੋਈ ਸਾਰ ਹੈਗਾ ਸੀ ਵੀ ਸਾਰੇ ਖਾਲੀ ਕਿਆਰੇ ਹੀ ਸਨ। ਸਾਰ ਕਹਿੰਦੇ ਨੇ ਵੀ ਜਿਹਦੇ ਕਿਆਰੇ ਦੇ ਵਿੱਚ ਚੰਗੇ ਅਨਾਜ ਸੋਹਣਾ ਉੱਗਿਆ ਹੋਵੇ, ਜਿਹਨੂੰ ਸੋਹਣਾ ਝਾੜ ਪਿਆ ਹੋਵੇ, ਤੇ ਫੋਕ ਹੁੰਦਾ ਹੈ ਵੀ ਜਿੱਥੇ ਕੋਈ ਚੰਗਾ ਝਾੜ ਹੀ ਨਾ ਹੋਵੇ ਬਸ ਸਵਾਹ ਹੀ ਹੋਵੇ ਵਿੱਚ। ਮਹਾਰਾਜ ਸਾਹਿਬ ਜੀ ਕਹਿੰਦੇ ਵੀ ਕੋਈ ਸੋਹਣਾ ਅਨਾਜ ਦਾ ਕਿਆਰਾ ਵੀ ਹੈਗਾ ਜਾਂ ਸਾਰੇ ਖਾਲੀ ਸਵਾਹ ਨਹੀਂ ਭਰੇ ਸਨ? ਸੁਣ ਕੇ ਸਿੱਖਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਹੱਥ ਜੋੜਦਿਆਂ ਹੋਇਆਂ ਕਹਿਣ ਲੱਗੇ, ਮਹਾਰਾਜ ਜੀ ਜਿਹਨਾਂ ਸਾਰਿਆਂ ਦੇ ਵਿੱਚੋਂ ਮਹੰਤ ਸੀ ਨਾ, ਜਿਹੜਾ ਵੱਡਾ ਸੀ, ਬੜੇ ਭਾਰੀ ਤਨ ਵਾਲਾ ਇੱਕ ਸਰੀਰ ਵਾਲਾ ਉਦਾਸੀ ਮਹਾਤਮਾ, ਉਹ ਅੱਖਾਂ ਬੰਦ ਕਰਕੇ ਚੌਂਕੜਾ ਮਾਰ ਕੇ ਵੇ ਉੱਥੇ ਬਸ ਟਿਕਿਆ ਹੋਇਆ ਹੈ ਹਾਲਾਂ ਤੀਕਰ। ਜਿਸ ਮਹੰਤ ਉਦਾਸੀ ਸਾਧੂ ਨੇ ਮਹਾਰਾਜ ਆਪਣੇ ਚੇਲਿਆਂ ਦੀ ਕਹੀ ਹੋਈ ਭੱਜਣ ਵਾਲੀ ਗੱਲ ਵੱਲ ਧਿਆਨ ਨਹੀਂ ਦਿੱਤਾ, ਆਪਣੇ ਚੇਲਿਆਂ ਦੀਆਂ ਗੱਲਾਂ ਵਿੱਚ ਨਹੀਂ ਆਇਆ, ਉਹ ਵੱਡੇ ਜੇ ਸਰੀਰ ਵਾਲਾ ਮਹੰਤ ਹੈ ਜਿਹੜਾ ਸਭ ਉਦਾਸੀਆਂ ਦਾ, ਉਹ ਬੈਠਾ ਚੌਂਕੜਾ ਮਾਰ ਕੇ। ਮਹਾਰਾਜ ਉਹਦਾ ਨਾਮ ਹੈ ਕਿਰਪਾਲ ਦਾਸ। ਸਮਾਧੀ ਉਹਨੇ ਏਦਾਂ ਲਾਈ ਹੈ ਜਿਵੇਂ ਸ਼ਿਵ ਜੀ ਬੈਠਾ ਹੋਵੇ ਸਮਾਧੀ ਲਾ ਕੇ। ਮਹਾਰਾਜ ਅੜੋਲ ਹੋ ਕੇ ਉਹ ਸਾਧੂ ਸਮਾਧੀ ਦੇ ਵਿੱਚ ਹਾਲਾਂ ਵੀ ਬੈਠਾ ਹੋਇਆ, ਉਹਨੇ ਨਹੀਂ ਧੀਰਜ ਹਾਰੀ, ਉਹਨੇ ਨਹੀਂ ਹੌਸਲਾ ਛੱਡਿਆ। ਤੇ ਇਹ ਗੱਲ ਸੁਣ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਫੇਰ ਮੁਸਕਰਾਉਂਦਿਆਂ ਹੋਇਆਂ ਕਹਿਣ ਲੱਗੇ, ਮਹਾਰਾਜ ਸਾਹਿਬ ਬੜੇ ਖੁਸ਼ ਹੋਏ ਤੇ ਕਿਰਪਾ ਦੇ ਰਸ ਦੇ ਨਾਲ ਮਿਲੇ ਨੇ। ਕਿਰਪਾ ਮਿਹਰ ਦੀ ਨਿਗਾਹ ਵਿੱਚ ਆਏ ਦਸਵੇਂ ਪਾਤਸ਼ਾਹ। ਮਹਾਰਾਜ ਕਹਿੰਦੇ ਭਲਾ ਜੇ ਇੱਕ ਸਾਧੂ ਰਹਿ ਗਿਆ ਨਾ ਤਾਂ ਬਹੁਤਾ ਹੀ ਭਲਾ, ਕਿਉਂਕਿ ਸਿਆਣੇ ਜਾਣਦੇ ਨੇ ਜੇ ਮੂਲ ਬਚਿਆ ਰਹੇ ਨਾ, ਜੇ ਜੜ੍ਹਾਂ ਦੀਆਂ ਰਹਿਣ ਤਾਂ ਭਾਵੇਂ ਉੱਤੋਂ ਰੁੱਖ ਵੱਢਿਆ ਵੀ ਜਾਵੇ, ਜੇ ਜੜ੍ਹਾਂ ਰਹਿ ਜਾਣ ਤਾਂ ਸਭ ਕੁਝ ਹੀ ਕਹਿੰਦੇ ਰਹਿ ਜਾਂਦਾ ਏ। ਉਹਨਾਂ ਜੜ੍ਹਾਂ ਤੋਂ ਹੀ ਫੇਰ ਅੱਗੇ ਟਹਿਣੀਆਂ ਨਿਕਲਦੀਆਂ ਨੇ, ਪੱਤੇ ਫਲ ਫੁੱਲ ਸਭ ਕੁਝ ਹੀ ਕਹਿੰਦੇ ਵੇਖਣ ਵਿੱਚ ਆ ਜਾਂਦਾ ਜੇ ਜੜ੍ਹਾਂ ਧਰਤੀ 'ਚ ਕਾਇਮ ਹਨ। ਪਰ ਜੇ ਕਿਤੇ ਕਹਿੰਦੇ ਵੀ ਜਾੜੇ ਸਵੇਰੇ ਉਦਾਸੀ ਸਾਧੂਆਂ ਦੀ ਉਖੜ ਜਾਂਦੀ ਨਾ, ਜੇ ਧਰਤੀ ਤੋਂ ਜਾੜੀ ਪੱਟ ਦਈਏ ਤਾਂ ਫੇਰ ਥੋੜਾ
ਦਰਖਤ ਦਾ ਕੋਈ ਆਕਾਰ ਸਰੂਪ ਬਣਦਾ ਹੈ। ਜੇ ਜੜ ਹੋਵੇ ਤਾਂ ਰੁੱਖ ਫੇਰ ਹਰਾ ਭਰਾ ਨਿਕਲ ਆਉਂਦਾ, ਜੇ ਜੜੀ ਪੁੱਟੀ ਜਾਂਦੀ ਤਾਂ ਫੇਰ ਕੁਝ ਨਹੀਂ ਸੀ ਇਸ ਵੇਲੇ ਹੋ ਸਕਦਾ। ਭਾਵ ਇਹ ਹੈ ਵੀ ਜਿਹੜਾ ਉਦਾਸੀ ਕਿਰਪਾਲ ਦਾ ਸਾਧੂ ਰਹਿ ਗਿਆ, ਇਹ ਮਹਾਰਾਜ ਕਹਿੰਦੇ ਨੇ ਉਦਾਸੀਆਂ ਦੀ ਜੜ ਰੱਖ ਲਈ ਹੈ। ਜੇ ਇਹ ਵੀ ਭੱਜ ਜਾਂਦਾ ਤਾਂ ਉਦਾਸੀ ਸਾਧ ਗੁਰੂ ਘਰ ਦੇ ਨਾਲੋਂ ਸਦਾ ਲਈ ਟੁੱਟ ਜਾਂਦੇ। ਕਹਿੰਦੇ ਵੀ ਇਹਨਾਂ ਦਾ ਭੇਖ ਨਹੀਂ ਅੱਗੇ ਚੱਲਣਾ ਸੀ, ਸਾਰੇ ਏਦਾਂ ਹੀ ਮਰ ਮੁੱਕ ਜਾਣੇ ਸਨ, ਉਦਾਸੀਆਂ ਦਾ ਨਾਮੋ ਨਿਸ਼ਾਨ ਨਹੀਂ ਸੀ ਰਹਿਣਾ। ਜਿਵੇਂ ਮਹਾਰਾਜ ਕਹਿੰਦੇ ਵੀ ਇਹ ਕਹਾਵਤ ਹੈ ਨਾ, ਜਿੰਨਾ ਚਿਰ ਤੀਕਰ ਕਿਸੇ ਦੀ ਫੌਜ ਦਾ ਸਰਦਾਰ ਕਾਇਮ ਹੈ, ਜਿੰਨਾ ਚਿਰ ਸਰਦਾਰ ਜਿਉਂਦਾ ਹੈ। ਸਾਰਾ ਜੱਗ ਜਾਣਦਾ ਹੈ ਵੀ ਉਹਨਾਂ ਚਿਰ ਜੰਗ ਜਾਰੀ ਰਹਿ ਸਕਦਾ ਜਿੰਨਾ ਚਿਰ ਸਰਦਾਰ ਹੋਵੇ। ਇਸੇ ਤਰ੍ਹਾਂ ਮਹਾਰਾਜ ਜੀ ਕਹਿੰਦੇ ਵੀ ਇਹਨਾਂ ਦਾ ਜਿਵੇਂ ਉਦਾਸੀ ਸਾਧੂ ਰਹਿ ਗਿਆ, ਇਵੇਂ ਹੀ ਉਦਾਸੀਆਂ ਦਾ ਟੋਲਾ ਏਦਾਂ ਹੀ ਚੱਲਦਾ ਰਹੇਗਾ। ਮਹਾਰਾਜ ਕਹਿੰਦੇ ਵੀ ਜਿਹੜਾ ਮਹੰਤ ਰਿਹਾ ਹੈ ਨਾ ਪਾਉਂਟਾ ਸਾਹਿਬ, ਜੰਗ ਦੀ ਗੱਲ ਸੁਣ ਕੇ ਵੀ ਤੇ ਧੀਰਜ ਨਹੀਂ ਜਿਹਨੇ ਹਾਰਿਆ ਤੇ ਜੰਗ ਕਰਨ ਦੇ ਲਈ ਉਤਸ਼ਾਹ ਦੇ ਵਿੱਚ ਹੈ। ਮਹਾਰਾਜ ਕਹਿੰਦੇ ਕੋਈ ਨਹੀਂ, ਜਿਹੜੇ ਭੱਜਣੇ ਸੀ ਸ਼ਗਨ ਛਕਾਉਣ ਵਾਲੇ ਭੱਜ ਗਏ। ਜੇ ਉਦਾਸੀ ਸਾਧੂ ਬੈਠਾ ਇਹਦੇ ਚੇਲੇ ਹੋਰ ਬਣ ਜਾਣਗੇ, ਜਿਵੇਂ ਜੜ੍ਹਾਂ ਦੇ ਹੁੰਦੇ ਆ ਟਹਿਣੀਆਂ ਹੋਰ ਨਿਕਲ ਆਉਂਦੀਆਂ ਨੇ। ਜੇ ਉਦਾਸੀ ਸਾਧੂ ਕਿਰਪਾਲ ਦਾਸ ਮਹੰਤ ਬੈਠਾ ਹੈ, ਚੇਲੇ ਦਾ ਮਹਾਰਾਜ ਕਹਿੰਦੇ ਹੋਰ ਬਣ ਜਾਣਗੇ ਇਹਦੇ ਆ ਕੇ। ਇਦਾਂ ਬਚਨ ਕੀਤਾ ਤੇ ਸਾਹਿਬ ਕਹਿੰਦੇ ਜਾਓ ਵੀ ਉਹ ਮਹੰਤ ਨੂੰ ਠਾ ਕੇ ਤੇ ਸਾਡੇ ਕੋਲ ਲੈ ਆਓ ਬੁਲਾ ਕੇ। ਉਹਨੇ ਆਪਣੇ ਉਦਾਸੀ ਸਾਧੂਆਂ ਦੇ ਭੇਖ ਦੀ ਕਹਿੰਦੇ ਵੀ ਲੱਜਾ ਰੱਖ ਲਈ ਹੈ, ਉਹਨੇ ਆਪਣੀ ਇੱਜ਼ਤ ਰੱਖ ਲਈ ਹੈ ਫਿਰਕੇ ਦੀ। ਮਹਾਰਾਜ ਦਾ ਹੁਕਮ ਸੁਣ ਕੇ ਉਹ ਸਿੱਖ ਉਸੇ ਵੇਲੇ ਕਿਰਪਾਲ ਦਾ ਸਾਧੂ ਵੱਲ ਚਲਾ ਗਿਆ। ਜਾ ਕੇ ਕੀ ਵੇਖਦਾ ਏ ਵੀ ਉਦਾਸੀ ਸਾਧੂ ਬਿਲਕੁਲ ਨਹੀਂ ਡੋਲਿਆ, ਵੀ 499 ਭੱਜ ਜਾਣ ਨਾਲ ਦੇ ਸਾਥੀ ਤੇ ਇਕੱਲਾ ਬੰਦਾ ਰਹਿ ਜਾਵੇ ਤੇ ਸਾਧ ਸੰਗਤ ਤੋਂ ਹੀ ਮਾੜੇ ਬੰਦੇ ਦਾ ਦਿਲ ਨੂੰ ਹੌਲ ਪੈਂਦੇ ਨੇ। ਪਰ 499 ਨੱਸੇ ਨੇ, 500 ਚੋਂ ਇੱਕ ਮਹਾਤਮਾ ਬੈਠਾ ਹੈ ਕਿਰਪਾਲ ਦਾਸ। ਤੇ ਸਿੱਖ ਨੇ ਜਾ ਕੇ ਵੇਖਿਆ ਵੀ ਚੌਂਕੜਾ ਮਾਰਿਆ ਹੋਇਆ ਹੈ ਸਾਧੂ ਨੇ। ਤੇ ਕਹਿੰਦੇ ਵੀ ਸਮਾਧੀ ਦੇ ਵਿੱਚ ਟਿਕਿਆ ਹੋਇਆ। ਜਦੋਂ ਨੇੜੇ ਗਿਆ ਸਿੱਖ ਤੇ ਇਹਦੇ ਗੋਡੇ ਨੂੰ ਹਿਲਾ ਕੇ, ਇਹਦੇ ਅੰਗ ਹਿਲਾ ਕੇ ਤੇ ਸਮਾਧੀ ਛੁਡਾ ਦਿੱਤੀ। ਭਾਵ ਕਿ ਸਮਾਧੀ ਦੇ ਵਿੱਚ ਉਹਨੂੰ ਹਿਲਾ ਕੇ ਠਾ ਦਿੱਤਾ ਸਿੱਖ ਨੇ। ਜਦੋਂ ਸਰੀਰ ਦੇ ਅੰਗ ਲੇ ਤਾਂ ਉਸੇ ਵੇਲੇ ਕਮਲ ਵਰਗੇ ਲਾਲੀ ਦੇ ਸਹਿਜ ਜਿਹੜੇ ਨੇਤਰ ਬਿਗਸਾਏ, ਮਹੰਤ ਦੀਆਂ ਅੱਖਾਂ ਖੁੱਲ੍ਹ ਆਈਆਂ। ਤੇ ਜਦੋਂ ਮਹੰਤ ਨੇ ਨੇਤਰ ਖੋਲੇ ਤਾਂ ਸਾਧੂ ਮਹਾਤਮਾ ਜਾਣ ਕੇ ਸਿੱਖ ਨੇ ਮੱਥਾ ਟੇਕਿਆ ਤੇ ਮੱਥਾ ਟੇਕ ਕੇ ਕਹਿਣ ਲੱਗਾ, ਹੇ ਮਹੰਤ ਜੀ, ਤੈਨੂੰ ਹੁਣੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਦੇ ਨੇ, ਕਹਿੰਦੇ ਵੀ ਉਦਾਸੀ ਨੂੰ ਹੁਣੇ ਮੇਰੇ ਕੋਲ ਲੈ ਕੇ ਆਵੋ। ਬੜੀ ਕਾਹਲੀ ਕਰਦਿਆਂ ਹੋਇਆਂ ਦਸਮ ਪਾਤਸ਼ਾਹ ਨੇ ਮੈਨੂੰ ਆਪ ਜੀ ਦੇ ਪਾਸ ਭੇਜਿਆ ਏ। ਤੇ ਨਾਲੇ ਸਿੱਖ ਡਰਦਾ ਵੀ ਹੈ ਵੀ ਸਾਧੂ ਦੀ ਸਮਾਧੀ ਛੁਡਾਈ ਹੈ। ਕਹਿੰਦਾ ਮਹਾਤਮਾ ਜੀ ਨਾਰਾਜ਼ਗੀ ਨਾ ਕਰਿਓ ਵੀ ਤੁਹਾਨੂੰ ਸਮਾਧੀ ਚੋਂ ਬਾਣੀ ਪੜ੍ਹਦਿਆਂ ਰੱਬ ਰੱਬ ਕਰਦਿਆਂ ਠਾਇਆ, ਅਸਲ ਵਿੱਚ ਮਹਾਰਾਜ ਦਾ ਹੁਕਮ ਸੀ, ਛੇਤੀ ਤੁਹਾਨੂੰ ਆਪਣੇ ਪਾਸ ਬੁਲਾਇਆ ਚਾਹੁੰਦੇ ਨੇ, ਜਿਸ ਕਰਕੇ ਮੈਂ ਤੁਹਾਡੀ ਸਮਾਧੀ ਛੁਡਾਈ ਹੈ। ਇਸ ਕਰਕੇ ਮਹਾਤਮਾ ਜੀ, ਇਹ ਸੰਤ ਜੀ ਕਿਤੇ ਨਾਰਾਜ਼ ਨਾ ਹੋ ਜਾਇਓ, ਮੇਰੇ ਤੇ ਛਿਮਾ ਹੀ ਰੱਖਿਓ, ਮਿਹਰ ਦੀ ਨਿਗਾਹ ਹੀ ਰੱਖਿਓ ਮੇਰੇ ਵੱਲ। ਹੁਣੇ ਉੱਠੋ ਤੇ ਚੱਲ ਕੇ ਸ਼੍ਰੀ ਸ਼੍ਰੋਮਣੀ ਗੁਰੂ ਕਲਗੀਧਰ ਮਹਾਰਾਜ ਸਤਿਗੁਰੂ ਜੀ ਦੇ ਪਾਸ ਚੱਲੀਏ। ਜਦੋਂ ਦਸਵੇਂ ਪਾਤਸ਼ਾਹ ਦਾ ਹੁਕਮ ਸੁਣਿਆ ਤਾਂ ਮਹੰਤ ਕਿਰਪਾਲ ਦਾਸ ਉਸੇ ਵੇਲੇ ਉੱਠ ਕੇ ਚੱਲ ਪਿਆ ਸਿੱਖ ਦੇ ਨਾਲ। ਕਹਿੰਦੇ ਵੀ ਜਿਵੇਂ ਸ਼ੇਰ ਦੇ ਵਿੱਚ ਉਤਸ਼ਾਹ ਹੁੰਦਾ ਹੈ ਨਾ, ਵੀ ਮਾਸਾ ਆਲਸ ਨਹੀਂ ਕੀਤਾ ਹੈ, ਸ਼ੇਰ ਵਰਗਾ ਉਤਸ਼ਾਹ ਹੈ ਜਿਸ ਸਾਧੂ ਦੇ ਅੰਦਰ। ਬੜਾ ਕਾਹਲੀ ਦੇ ਨਾਲ ਕਦਮ ਪੁੱਟਦਾ ਹੋਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਪਹੁੰਚਿਆ। ਪਹੁੰਚ ਕੇ
ਸਰੂਪ ਦੇ ਦਰਸ਼ਨ ਕੀਤੇ ਦਸਵੇਂ ਪਾਤਸ਼ਾਹ ਦੇ। ਦੋਨੋਂ ਹੱਥ ਜੋੜ ਕਰਨੋ ਦੋਵੇਂ ਹੱਥ ਜੋੜੇ ਮਹਾਤਮਾ ਨੇ ਤੇ ਸਾਧੂ ਕਿਰਪਾਲ ਦਾਸ ਨੇ ਹੱਥ ਜੋੜ ਕੇ ਮਹਾਰਾਜ ਨੂੰ ਨਮਸਕਾਰ ਕੀਤੇ। ਆਏ ਮਿਲੇ ਬੈਠਿਓ ਤੇ ਸਮੋ ਗੁਰੂ ਮਹਾਰਾਜ ਦੀ ਜਦੋਂ ਆਗਿਆ ਹੋਈ ਤਾਂ ਆਗਿਆ ਲੈ ਕੇ ਸਾਹਿਬਾਂ ਦੇ ਸਾਹਮਣੇ ਬੈਠ ਗਿਆ। ਦੀਰਘ ਜਟਾ ਜੂਤ ਸਿਰ ਆ ਬਾਧਾ ਵੱਡੀਆਂ ਵੱਡੀਆਂ ਜੜਾਵਾਂ ਦਾ ਜੂੜਾ ਇਸ ਕਿਰਪਾਲ ਦਾਸ ਉਦਾਸੀ ਨੇ ਆਪਣੇ ਸਿਰ ਤੇ ਬੰਨ੍ਹ ਲਿਆ। ਲੋਕ ਕੀ ਕਨ ਮਨ ਜੇ ਸਬਦਾ ਜਿਸ ਮਹਾਤਮਾ ਨੇ ਆਪਣੇ ਇੰਦਰੀਆਂ ਨੂੰ ਵਿਸ਼ਿਆਂ ਵੱਲੋਂ ਜਾਣ ਤੋਂ ਰੋਕਿਆ ਹੋਇਆ ਏ ਤੇ ਮਨ ਆਪਣੇ ਨੂੰ ਸਾਧਿਆ ਹੋਇਆ, ਜਿਹਨੇ ਮਨ ਸਾਧਿਆ ਹੋਵੇ ਸਾਧ ਅਸਲ ਵਿੱਚ ਉਹਨੂੰ ਕਹਿੰਦੇ ਨੇ। ਤੇ ਕਿਰਪਾਲ ਦਾਸ ਸਾਧ ਨੇ ਆਪਣਾ ਮਨ ਸਾਧਿਆ, ਇੰਦਰੀਆਂ ਦੇ ਕਾਬੂ ਪਾਇਆ ਏ। ਸਰਬੰਗਰ ਮਹਿ ਲਗੇ ਤੇ ਭੂ ਸਾਰੇ ਸਰੀਰ ਦੇ ਅੰਗਾਂ ਦੇ ਉੱਤੇ ਉਦਾਸੀ ਸਾਧੂ ਦੇ ਸਵਾਹ ਮਲੀ ਹੋਈ ਹੈ। ਸਰਬਤ ਮਨੋ ਦਾਤਾ ਵਤੂਤ ਤੇ ਕਹਿੰਦੇ ਏਦਾਂ ਮਹਾਰਾਜ ਦੇ ਸਾਹਮਣੇ ਬੈਠਾ ਸ਼ੋਭਾ ਪਾ ਰਿਹਾ ਜਿਵੇਂ ਦੱਤਾਤਰੇ ਵੱਡਾ ਇੱਕ ਅਵਧੂਤ ਮਹਾਤਮਾ ਹੋਇਆ ਏ। ਸਭ ਕੋ ਤੇਜ ਨਿਮਤ ਹੈ ਐਸੇ ਤੇ ਕੀਤੇ ਹੋਏ ਭਜਨ ਬੰਦਗੀ ਦਾ ਤੇਜ ਪ੍ਰਤਾਪ ਏਦਾਂ ਕਹਿੰਦੇ ਵੀ ਝਲਕਾਂ ਮਾਰ ਰਿਹਾ ਇਹਦੇ ਸਰੂਪ ਦੇ ਵਿੱਚੋਂ। ਰੇਖਿਆ ਮਹਿ ਘਟ ਨੰਦਨ ਜੈਸੇ ਕਹਿੰਦੇ ਇਸ ਤਰ੍ਹਾਂ ਪ੍ਰਕਾਸ਼ ਰਿਹਾ ਹੈ ਵੀ ਜਿਵੇਂ ਸਭ ਰਿਖੀਆਂ ਦੇ ਵਿੱਚੋਂ ਘਟ ਨੰਦਨ ਜੈਸੇ। ਕਹਿੰਦੇ ਵੀ ਜਿਸ ਤਰ੍ਹਾਂ ਘੜੇ ਤੋਂ ਜੰਮਿਆ ਭਾਵ ਅਗਸਤ ਰਿਖੀ ਜਿਹੜਾ ਹੈ ਇਹ ਸਾਰੇ ਰਿਖੀਆਂ ਵਿੱਚੋਂ ਵੱਡਾ ਰਿਖੀ ਮੰਨਿਆ ਗਿਆ ਹੈ। ਤੇ ਇਹ ਕਹਿੰਦੇ ਕਿਰਪਾਲ ਦਾਸ ਏਦਾਂ ਸ਼ੋਭ ਰਿਹਾ ਮਾਨੋ ਅਗਸਤ ਰਿਖੀ ਬੈਠਾ ਹੋਏ। ਬ੍ਰਹਮਚਰਜ ਮਹਿ ਬੜੋ ਸੁਪੱਤਾ ਫਿਰ ਬ੍ਰਹਮਚਰਜ ਦੇ ਵਿੱਚ ਕਾਇਮ ਹੈ ਤੇ ਵੱਡਾ ਕਹਿੰਦੇ ਵੀ ਸੁਪੱਤਾ ਕੀ ਹੈ ਵੀ ਸੁਪੁੱਤਰ ਹੈ, ਭਾਵ ਕਿ ਸ੍ਰੇਸ਼ਟ ਇੱਜ਼ਤ ਪੱਤ ਵਾਲਾ ਹੈ। ਬ੍ਰਹਮਚਰਜ ਕਾਇਮ ਰੱਖਿਆ ਹੋਇਆ ਹੈ ਆਪਣਾ। ਬ੍ਰਹਮਚਰਜ ਕਾਇਮ ਰੱਖਣ ਤੋਂ ਭਾਵ ਹੈ ਵੀ ਕੋਈ ਮਾੜਾ ਵਕਾਰ ਨਹੀਂ ਭੋਗਿਆ ਇਸਨੇ। ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨ ਕਮਲਾਂ ਦਾ ਧਿਆਨ ਹੈ ਤੇ ਮਹਾਰਾਜ ਦੇ ਬਖਸ਼ੇ ਨਾਮ ਦੇ ਰਸ ਵਿੱਚ ਮੱਤਾ ਕੀ ਹੈ ਮਸਤ ਹੋਇਆ ਹੈ ਕਿਰਪਾਲ ਦਾਸ ਸਾਧੂ। ਆ ਚਰਨਾਂ ਦੇ ਕਹਿੰਦੇ ਵੀ ਨੌ ਇਹਦੇ ਵਧੇ ਹੋਏ ਹਨ ਬਹੁਤ। ਕਪੀਲ ਲੰਗੋਟੀ ਲੱਕ ਦੇ ਨਾਲ ਕੱਸੀ ਹੋਈ ਹੈ, ਮਾਨੋ ਵੀ ਕਮਰ ਕੱਸੇ ਵਾਂਗੂ ਨੰਗੇਜ ਢੱਕਿਆ। ਇਹਦੇ ਮੱਥਾ ਜਿਹੜਾ ਹੈ ਨਾ ਇਹ ਬਹੁਤ ਹੀ ਕਹਿੰਦੇ ਵੀ ਚੌੜਾ ਹੈ, ਬੜਾ ਪ੍ਰਤਾਪੀ ਮੱਥੇ ਦੇ ਦਰਸ਼ਨ ਨੇ। ਨੰਗੇਜ ਢੱਕਿਆ ਲੰਗੋਟੀ ਬੰਨ ਕੇ ਅਤੇ ਮੱਥਾ ਚੌੜਾ ਦਿਖ ਰਿਹਾ ਹੈ ਸਾਧੂ ਦਾ। ਇੱਕ ਹੱਥ ਦੇ ਵਿੱਚ ਤੂੰਬਾ ਫੜਿਆ ਹੋਇਆ ਹੈ ਪਾਣੀ ਛਕ ਪੀਣ ਦੇ ਵਾਸਤੇ, ਜਲ ਛਕਣ ਦੇ ਲਈ। ਤੇ ਫਿਰ ਇੱਕ ਵੱਡਾ ਸਾਰਾ ਕਹਿੰਦੇ ਸੋਟਾ ਆਪਣੇ ਹੱਥ ਦੇ ਵਿੱਚ ਕਿਰਪਾਲ ਦਾਸ ਹਰ ਸਮੇਂ ਰੱਖਦਾ ਏ। ਅਤੇ ਚਿਹਰੇ ਦੇ ਉੱਤੇ ਕਹਿੰਦੇ ਦਾੜਾ ਝਮਕਦਾ ਬੜਾ ਪ੍ਰਕਾਸ਼ ਰਿਹਾ, ਬੜਾ ਸੋਹਣਾ ਫੱਬ ਰਿਹਾ ਹੈ। ਧੁੰਨੀ ਤਿੱਕਰ ਦਾੜਾ ਲੰਮਾ ਏ। ਆ ਇੱਕ ਨੰਗੇਜ ਢੱਕਿਆ ਹੈ, ਬਾਕੀ ਸਾਰਾ ਤਨ ਜਿਹੜਾ ਹੈ ਉਹ ਬਸਤਰਾਂ ਤੋਂ ਬਹੀਨ ਹੈ, ਦਿਗੰਬਰ ਹੀ ਰਹਿੰਦਾ ਹੈ ਕਿਰਪਾਲ ਦਾਸ। ਤੇ ਤਨ ਕਹਿੰਦੇ ਵੀ ਚੰਗਾ ਇਹਦਾ ਮੋਟਾ ਹੈ, ਢਿੱਡ ਵੀ ਚੰਗਾ ਹੈ, ਸਰੀਰ ਵੀ ਚੰਗਾ ਉੱਚਾ ਲੰਮਾ ਹੈ। ਤੇ ਬਾਹਾਂ ਵੀ ਗੋਡਿਆਂ ਤੋਂ ਲੰਮੀਆਂ ਨੇ ਤੇ ਸਰੀਰ ਵਿੱਚ ਬਹੁਤ ਆਈ ਇਹਦੇ ਬਲ ਹੈ। ਏਦਾਂ ਇਹ ਕਿਰਪਾਲ ਦਾਸ ਉਦਾਸੀ ਸਾਧੂ ਦੇ ਦਰਸ਼ਨ ਕਰਾਏ ਨੇ ਕਵੀ ਜੀ ਨੇ ਵੀ ਏਦਾਂ ਦਾ ਇਹਦਾ ਸਰੂਪ ਹੈ। ਇਹੋ ਜਿਹੇ ਸਰੂਪ ਵਾਲਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਮਣੇ ਬੈਠਾ ਹੈ ਬੜੀ ਭਾਵਨਾ ਦੇ ਨਾਲ, ਤੇ ਗੁਰਾਂ ਦੇ ਅੱਗੇ ਬੈਠਾ ਹੋਇਆ ਬੜਾ ਸ਼ੋਭਾ ਪਾ ਰਿਹਾ ਹੈ ਮਹੰਤ। ਮਾਨੋ ਵੀ ਜਿਵੇਂ ਗਿਆਨ ਦੇ ਕੋਲ ਤਪ ਆਪ ਚੱਲ ਕੇ ਆਇਆ ਹੋਵੇ। ਭਾਵ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਮਹੰਤ ਏਦਾਂ ਏ ਵੀ ਗੁਰੂ ਸਾਹਿਬ ਤਾਂ ਗਿਆਨ ਨੇ ਅਤੇ ਗਿਆਨ ਨੂੰ ਪ੍ਰਾਪਤ ਕਰਨ ਦੇ ਲਈ ਤਪ ਦਾ ਰੂਪ ਮਹੰਤ ਕਿਰਪਾਲ ਦਾਸ ਗੁਰਾਂ ਦੇ ਕੋਲ ਆਇਆ ਏ। ਜਾਂ ਕਹਿੰਦੇ ਮਾਨੋ ਵੀ ਵਿਸ਼ਨ ਸਰੂਪ ਪਰਮੇਸ਼ਰ ਦੇ ਦਰਸ਼ਨ ਕਰਨ ਵਾਸਤੇ ਵਿਸ਼ਨੂੰ ਦੇ ਵੈਰੀਆਂ ਨੂੰ ਕਹਿੰਦੇ ਵੀ ਡਰ ਦੇਣ ਵਾਲਾ, ਇੰਦਰੀਆਂ ਨੂੰ ਖਤਮ ਕਰਨ ਵਾਲਾ ਮਹਾਦੇਵ ਕਹਿੰਦੇ ਜਿਵੇਂ ਸ਼ਿਵ ਵਿਸ਼ਨੂੰ ਦੇ ਸਾਹਮਣੇ ਬੈਠਾ ਹੋਵੇ, ਇਵੇਂ ਮਹੰਤ ਕਿਰਪਾਲ ਦਾਸ ਮਹਾਰਾਜ ਦੇ ਅੱਗੇ ਬੈਠਾ ਦਰਸ਼ਨ ਕਰ ਰਿਹਾ ਏ।
ਅਗਸਤ ਜਾਂ ਕਹਿੰਦੇ ਵੀ ਜਿਵੇਂ ਰਾਮਚੰਦਰ ਜੀ ਦੇ ਕੋਲ ਅਗਸਤ ਮਹਾਤਮਾ ਬੈਠਾ ਸ਼ੋਭਾ ਪਾਉਂਦਾ ਏ। ਲੋਕਤ ਸਿੱਖ ਸਮਸਤ ਆਏ ਨੂੰ ਉਪਮਾ ਦਿੱਤੀ ਹੈ ਕਵੀ ਜੀ ਨੇ ਵੀ ਸਮੂਹ ਸਿੱਖ ਵੇਖ ਰਹੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਮਹੰਤ ਕਿਰਪਾਲ ਦਾਸ ਉਦਾਸੀ ਸਾਧੂ ਆ ਕੇ ਬੈਠ ਗਿਆ। ਮੰਨ ਲਓ ਵੀ ਜਿਵੇਂ ਰਾਮਚੰਦਰ ਦੇ ਕੋਲ ਅਗਸਤ ਸ਼ੋਭਦਾ ਸੀ, ਜਿਵੇਂ ਕਹਿੰਦੇ ਵੀ ਵਿਸ਼ਨੂੰ ਦੇ ਕੋਲ ਸ਼ਿਵਜੀ ਸ਼ੋਭਦਾ ਸੀ। ਇਤਿਹਾਸਕ ਪ੍ਰਮਾਣ ਦਿੱਤੇ ਨੇ ਵੀ ਐਵੇਂ ਗੁਰੂ ਕਲਗੀਧਰ ਮਹਾਰਾਜ ਦੇ ਕੋਲ ਕਿਰਪਾਲ ਦਾਸ ਮਹੰਤ ਉਦਾਸੀ ਸਾਧੂ ਸ਼ੋਭ ਰਿਹਾ ਹੈ। ਧੰਨ ਗੁਰੂ ਕਲਗੀਧਰ ਮਹਾਰਾਜ ਜੀ ਦੇ ਨਾਲ ਇਹਦੇ ਬਚਨ ਬਲਾਸ ਹੋਣਗੇ ਤੇ ਜੰਗ ਦੇ ਵਾਸਤੇ ਦਲ ਦੀ ਚੜ੍ਹਾਈ ਹੋਵੇਗੀ। ਪੌਂਟਾ ਸਾਹਿਬ ਤੋਂ ਨਗਾਰੇ ਵਜਾਉਂਦੇ ਹਾਂ ਤੇ ਜਿੱਥੇ ਭੰਗਾਣੀ ਦਾ ਮੈਦਾਨ ਹੈ ਉਸ ਪਾਸੇ ਨੂੰ ਗੁਰੂ ਮਹਾਰਾਜ ਸਾਹਿਬ ਦਲ ਲੈ ਕੇ ਜਾਣਗੇ। ਇਹ ਕਥਾ ਪਾਉਣ ਵਾਲੇ ਸਮੇਂ ਸਰਵਣ ਕਰਾਂਗੇ। ਜਿਵੇਂ ਉਦਾਸੀ ਸਾਧੂ ਤੇ ਮਹਾਰਾਜ ਹੋਰ ਖੁਸ਼ੀਆਂ ਕਰਦੇ ਨੇ, ਹੋਰ ਬਖਸ਼ਿਸ਼ਾਂ ਕਰਦੇ ਹਨ, ਇਹ ਕਥਾ ਆਉਣ ਵਾਲੇ ਸਮੇਂ ਵਿੱਚ ਆਵੇਗੀ। ਗੁਰਾਂ ਦਾ ਇਹ ਪਵਿੱਤਰ ਇਤਿਹਾਸ ਕਹਿੰਦਿਆਂ ਸੁਣਦਿਆਂ ਹੋਈਆਂ ਅਨੇਕਾਂ ਭੁੱਲਾਂ ਗਲਤੀਆਂ ਬਖਸ਼ ਦੇਣੀਆਂ। ਮਹਾਰਾਜ ਤੇ ਸੰਗਤਾਂ ਬਖਸ਼ਿੰਦ ਨੇ, ਬਖਸ਼ਣਹਾਰ ਨੇ, ਬਖਸ਼ ਲੈਣਾ। ਇਹੋ ਵਿਸ਼ਨ